ਪਿੰਡਾਂ ਦੀ ਉਹ ਰੂਹ, ਉਹ ਰੂਹਾਨੀਅਤ, ਉਹ ਸਕੂਨ ਹਰ ਪੰਜਾਬੀ ਦੇ ਦਿਲੋਂ ਦਿਮਾਗ ਵਿੱਚ ਹਮੇਸ਼ਾ ਰਹਿੰਦਾ ਹੈ। ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਕਿਉਂ ਨਾ ਵਸਦਾ ਹੋਵੇ, ਖੇਤ, ਮਿੱਟੀ, ਸੱਥ, ਸਾਰਿਆਂ ਦਾ ਇਕੱਠੇ ਰਹਿਣਾ, ਸੁੱਖ ਦੁੱਖ, ਤਿਉਹਾਰ ਸਭ ਕੁਝ ਰਲ ਕੇ ਮਨਾਉਣਾ, ਇਹ ਕਿਸੇ ਵੀ ਪਿੰਡ ਦੀ ਖਾਸੀਅਤ ਹੁੰਦੀ ਹੈ। ਸਵੇਰੇ ਤੜਕੇ ਹੀ ਪੰਛੀਆਂ ਦਾ ਚਹਿਚਹਾਉਣਾ, ਜਾਨਵਰਾਂ ਦੀ ਆਵਾਜ਼ਾਂ, ਤੜਕੇ ਤੜਕੇ ਪਾਥੀਆਂ ਪੱਥਣਾ ਜਾਂ ਲਾਊਡ ਸਪੀਕਰ 'ਤੇ ਗੁਰਦੁਆਰਾ ਸਾਹਿਬ ਤੋਂ ਦਿਨ ਦੇ ਕਾਰਜ ਦਾ ਐਲਾਨ ਹੋਣਾ, ਇਹ ਸਭ ਅੱਜ ਕੱਲ੍ਹ ਕਿਤੇ ਅਲੋਪ ਹੋ ਗਿਆ। ਪਿੰਡ ਤਾਂ ਨੇ ਅੱਜ ਵੀ ਪਿੰਡਾਂ ਵਿੱਚ ਲੋਕ ਵਸਦੇ ਨੇ, ਪਰ ਅੱਜ ਦੀ ਜਨਰੇਸ਼ਨ ਕਿਤੇ ਨਾ ਕਿਤੇ ਸਾਡੇ ਖੂਬਸੂਰਤ ਜਿਹੇ ਪੰਜਾਬੀ ਵਿਰਸੇ ਤੋਂ ਅਣਜਾਣ ਜਿਹੀ ਹੈ। ਬਸ ਇਸੇ ਨੂੰ ਵੇਖਦੇ ਹੋਏ ਸਾਂਝਾ ਟੀਵੀ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ, ਜਿਸ ਦਾ ਨਾਂ ਦਿੱਤਾ ਗਿਆ ਆਜਾ ਮੇਰਾ ਪਿੰਡ ਵੇਖ ਲੈ। ਇਸ ਸ਼ੋਅ ਦੇ ਰਾਹੀਂ ਸਾਂਝਾ ਟੀਵੀ ਪੰਜਾਬ ਦੇ ਉਹਨਾਂ ਪਿੰਡਾਂ ਦੀ ਤੁਹਾਨੂੰ ਸੈਰ ਕਰਾਉਂਦਾ ਹੈ ਜਿਹੜੇ ਅੱਜ ਦੇ ਸਮੇਂ ਦੇ ਹਿਸਾਬ ਨਾਲ ਅੱਗੇ ਵਧਦੇ ਜ਼ਰੂਰ ਨੇ, ਲੇਕਿਨ ਆਪਣੇ ਵਿਰਸੇ ਨੂੰ, ਆਪਣੇ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਇਸੇ ਲੜੀ ਦੇ ਤਹਿਤ ਸਾਂਝਾ ਟੀਵੀ ਦੀ ਟੀਮ ਪਹੁੰਚੀ ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੰਡੇਰ। ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਅੰਦਰ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ, ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ, 4 ਦਿਨਾਂ ਦਾ ਮੇਲਾ ਦੁਨੀਆ, ਫਿਰ ਮਿੱਟੀ ਦੀ ਬਣ ਜਾਣਾ ਢੇਰੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀਆ ਨੇ। ਜਾਂ ਤਾਂ ਤੁਸੀਂ ਵੇਖ ਰਹੇ ਹੋ ਕਿ ਪਿੰਡ ਦੀ ਜਿਹੜੀ ਖਾਸ ਚੀਜ਼ ਹੁੰਦੀ ਹੈ ਨਾ, ਆਪਣੇ ਹੱਥੀ ਟੋਕਾ ਚਲਾਉਣਾ ਤੇ ਪਸ਼ੂਆਂ ਨੂੰ ਚਾਰਾ ਪਾਣਾ, ਉਹ ਫਿਲਹਾਲ ਅੱਜ ਮੈਂ ਕਰ ਰਹੀ ਹਾਂ ਔਰ ਮੈਨੂੰ ਤਾਂ ਇਸ ਵੇਲੇ ਬਹੁਤ ਮਜ਼ਾ ਆ ਰਿਹਾ। ਔਰ ਪਿੰਡ ਆਜਾ ਮੇਰਾ ਪਿੰਡ ਵੇਖ ਲੈ ਦੇ ਵਿੱਚ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਸੋ ਪਿੰਡਾਂ ਦੀ ਖਾਸੀਅਤ ਇਹੀ ਹੁੰਦੀ ਹੈ, ਇਹੀ ਸਾਰੀਆਂ ਚੀਜ਼ਾਂ, ਉਹਨਾਂ ਦੀ ਸੱਥ, ਉਹਨਾਂ ਦੇ ਮਾਲ ਡੰਗਰ, ਇਹ ਥਾਵਾਂ, ਇਹ ਟੋਕੇ ਜੋ ਸ਼ਹਿਰਾਂ ਦੇ ਵਿੱਚ ਨਹੀਂ ਮਿਲਦੇ। ਇਹ ਜਿਹੜੀ ਹੱਥੀ ਕਸਰਤ ਹੈ ਨਾ, ਇਸ ਦਾ ਜਵਾਬ ਜਿਹੜੇ ਅੱਜ ਦੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਜਿਮ ਨੇ ਉਹ ਨਹੀਂ ਦੇ ਸਕਦੇ। ਸੋ ਅੱਜ ਅਸੀਂ ਆਏ ਹਾਂ ਆਜਾ ਮੇਰਾ ਪਿੰਡ ਵੇਖ ਲੈ ਦੇ ਇਸ ਖਾਸ ਐਪੀਸੋਡ ਦੇ ਤਹਿਤ ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੰਡੇਰ ਵਿੱਚ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਵਧੀਆ ਜੀ। ਹਾਂਜੀ, ਤੁਸੀਂ ਦੱਸੋ? ਸੋ ਅੱਜ ਅਸੀਂ ਆਏ ਹਾਂ ਤੁਹਾਡੇ ਪਿੰਡ। ਸਭ ਤੋਂ ਪਹਿਲਾਂ ਤੁਹਾਡੇ ਘਰ ਆਏ ਹਾਂ। ਪਹਿਲਾਂ ਦੱਸੋ, ਚਾਹ ਪਾਣੀ ਪੀਓਗੇ? ਨਹੀਂ ਜੀ, ਬਹੁਤ ਬਹੁਤ ਧੰਨਵਾਦ। ਸੋ ਅਗਰ ਸ਼ੁਰੂਆਤ ਕਰੀਏ ਅਸੀਂ, ਕਿਹੜੇ ਸਾਲ ਦੇ ਵਿੱਚ ਤੁਸੀਂ ਕੈਨੇਡਾ ਗਏ ਸੀ ਇਸ ਪਿੰਡ ਵਿੱਚ? 72 72 ਵਿੱਚ ਗਏ ਸੀ। ਮਈ 72 ਮੈਂ 72 ਵਿੱਚ ਗਈ ਸੀ। ਇੰਨੇ ਕੁ ਸਾਲ ਹੋ ਗਏ, ਇੰਨੇ ਵਰਿਆਂ ਦੇ ਵਿੱਚ ਹਰ ਵਾਰੀ ਸਾਲ 'ਚ ਕਿੰਨੀ ਕੁ ਵਾਰੀ ਪਿੰਡ ਚੱਕਰ ਲੱਗ ਜਾਣਾ? ਹੁਣ ਤਾਂ ਮੇਰੇ ਕਈ ਸਾਲ ਆ ਜਾਂਦਾ। ਪਹਿਲਾਂ ਇੱਕ ਵਾਰੀ ਆਇਆ ਸੀ, ਫਿਰ 21-22 ਸਾਲ ਬਾਅਦ ਆਇਆ ਸੀ। ਅੱਛਾ, 21-22 ਸਾਲ। ਹੁਣ ਤਾਂ ਮੈਂ ਸੀ 6 ਤੋਂ ਬਾਅਦ ਤਾਂ ਹਰੇਕ ਸਾਲ ਆ ਜਾਂਦਾ। ਤੇ 21-22 ਸਾਲਾਂ ਦਾ ਗੈਪ ਕਿਉਂ ਪਿਆ? ਮਜਬੂਰੀਆਂ ਘਰਾਂ ਦੀਆਂ, ਨਿਆਣੇ ਪੜ੍ਹਦੇ ਸੀਗੇ, ਫਿਰ ਸਭ ਕੁਝ ਦੇਖਣਾ ਪੈਂਦਾ। ਤੇ ਪਰਿਵਾਰ 'ਚ ਕੌਣ ਕੌਣ ਹੈ? ਪਰਿਵਾਰ 'ਚ ਸਾਰੇ ਮੇਰੇ ਭਰਾ ਆ 4। ਮੇਰਾ ਡੈਡੀ ਸੀ, ਉਹ 7 ਤਰੀਕ ਨੂੰ 7 ਤਰੀਕ ਨੂੰ ਪੂਰੇ ਹੋ ਗਏ ਕੈਨੇਡਾ 'ਚ। 105 ਸਾਲ ਦੇ ਸੀ ਉਹ। ਉਹਦੇ ਬਾਅਦ ਉਹਦਾ ਸੰਸਕਾਰ ਕਰਕੇ ਨਿੱਧਨ ਹੋ ਗਏ। ਅਤੇ ਫਿਰ ਕੈਂਪ ਲਾਉਣਾ ਸੀ, ਹੋਰ ਕਈ ਕੰਮ ਕਰਨੇ ਸੀ, ਲੈਬੋਰੇਟਰੀ ਖੋਲ੍ਹਣੀ ਸੀ, ਉਹਦੇ ਕਰਕੇ 2 ਮਹੀਨੇ ਲਿਖੇ। ਤੇ ਤੁਹਾਡਾ ਜਨਮ ਇਸੇ ਘਰ 'ਚ ਹੋਇਆ? ਨਹੀਂ, ਉਸ ਘਰ 'ਚ ਉੱਧਰ ਜਿੱਥੇ ਜਗ੍ਹਾ ਹੈ ਆਪਣੀ, ਅੱਛਾ ਜੀ, ਉੱਥੇ ਵੈਸੇ ਹੋਣਾ। ਤੇ ਅਸੀਂ ਉਹ ਥਾਂ ਤੇ ਵੀ ਜਾਵਾਂਗੇ, ਉੱਥੇ ਵੀ ਇੱਕ ਵਾਰ ਜ਼ਰੂਰ ਜਾਵਾਂਗੇ। ਇਸ ਘਰ ਦੇ ਨਾਲ ਤੁਹਾਡੀਆਂ ਯਾਦਾਂ ਕਿੰਨੀਆਂ ਕੁ ਜੁੜੀਆਂ ਹੋਈਆਂ, ਕਿਸ ਤਰ੍ਹਾਂ ਦੀਆਂ ਜੁੜੀਆਂ ਹੋਈਆਂ?
ਜਦੋਂ ਚੰਗੀਆਂ ਚੰਗੀਆਂ ਹੈ, ਮਾੜੀ ਤਾਂ ਹੈ ਨਹੀਂ। ਬਹੁਤ ਗਰੀਬੀ ਚੋਂ ਨਿਕਲੇ ਆ। ਠੀਕ ਆ, ਹੁਣ ਬਹੁਤ ਵਧੀਆ। ਜਿਸ ਟਾਈਮ ਉੱਥੇ ਹੁੰਦੇ ਹੋ ਤੇ ਜਦ ਇਹ ਘਰ ਚੇਤੇ ਆਉਂਦਾ ਹੈ ਤਾਂ ਦਿਮਾਗ ਵਿੱਚ ਕੀ ਆਉਂਦਾ? ਤੇ ਜਾਈਏ ਕੁਝ ਕਰੀਏ ਜਾ ਕੇ, ਉਹ ਕਰ ਰਹੇ ਆ, ਬਾਕੀ ਫੜ ਲੈਣਾ ਉਹਦੀ ਮਰਜ਼ੀ ਹੈ। ਫਿਰ ਅਸੀਂ ਹੁਣ ਚੱਲੀਏ ਪਿੰਡ ਵੱਲ ਨੂੰ ਵਧੀਏ ਅੱਗੇ। ਅਸੀਂ ਅੱਗੇ ਚੱਲੀਏ ਪਿੰਡ ਵੱਲ ਨੂੰ ਵਧੀਏ, ਪਿੰਡ ਦੀ ਸੈਰ ਕਰੀਏ। ਚਲੋ ਤੁਹਾਡੀ ਇੱਛਾ। ਸਭ ਤੋਂ ਪਹਿਲਾਂ ਕਿੱਥੇ ਜਾਵਾਂਗੇ? ਪਹਿਲਾਂ ਤੁਸੀਂ ਉੱਥੇ ਜਾਓ ਜਿੱਥੇ ਜਨਮ ਹੋਇਆ ਸੀ। ਉੱਥੇ ਹੈ ਮਕਾਨ ਤਾਂ ਹੈ ਨਹੀਂ, ਕੋਈ ਜਗ੍ਹਾ ਆ, ਉਹਦੇ ਸਾਰੇ ਸਾਡਾ ਪਰਿਵਾਰ ਸਾਰਾ ਉੱਥੋਂ ਹੀ ਸਟਾਰਟ ਹੁੰਦਾ। ਪਹਿਲਾਂ 1953 ਵਿੱਚ ਘਰ ਹੋਣੀ ਸੀ। ਉਹਦੇ ਬਾਅਦ ਫਿਰ ਇੱਥੇ ਜਦ ਮੂਵ ਹੋਇਆ, ਉਹ ਫਿਰ ਜਗ੍ਹਾ ਬਣਾਤੀ। ਉਹ ਸਾਡੀ ਕੋ ਪੂਜਨੀਕ ਬਾਬਾ ਜੀ ਸੀ। ਅੱਛਾ ਜੀ। ਬਾਬਾ ਗ੍ਰੇਟ ਬਾਬਾ ਜੀ। ਅੱਛਾ ਜੀ। ਉਹਨਾਂ ਦੀ ਯਾਦ ਵਿੱਚ ਬਣਿਆ ਹੈ। ਸਾਰੇ ਪਹਿਲੇ ਦਿਨ ਤੋਂ ਉਹਨਾਂ ਨੂੰ ਮੰਨਦੇ ਨੇ, ਜਦ ਮੰਨੀ ਜਾਂਦੇ ਨੇ। ਚਲੋ ਫਿਰ ਅਸੀਂ ਚੱਲਦੇ ਹਾਂ ਉੱਥੇ ਹੀ, ਸਭ ਤੋਂ ਪਹਿਲਾਂ ਉੱਥੇ ਸ਼ੁਰੂਆਤ ਕਰਦੇ। ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੰਡੇਰ ਦਾ ਪਰਿਵਾਰ, ਸਰਦਾਰ ਰਜਿੰਦਰ ਸਿੰਘ ਜੀ ਹੋਰਾਂ ਦਾ ਪਰਿਵਾਰ। ਅਜਿਹਾ ਪਰਿਵਾਰ ਇਹ ਘਰ ਮਿਸਾਲ ਹੈ ਉਹਨਾਂ ਪਰਿਵਾਰਾਂ ਦੇ ਲਈ, ਉਹਨਾਂ ਘਰਾਂ ਦੇ ਲਈ ਜੋ ਆਪਣੇ ਵਿਰਸੇ, ਆਪਣੇ ਸੱਭਿਆਚਾਰ, ਆਪਣੀ ਮਿੱਟੀ ਨੂੰ ਛੱਡ ਵਿਦੇਸ਼ ਚਲੇ ਤਾਂ ਜਾਂਦੇ ਹਨ, ਪਰ ਉੱਥੇ ਜਾ ਕੇ ਆਪਣੀ ਜੜ੍ਹਾਂ ਨੂੰ ਭੁੱਲ ਜਾਂਦੇ ਹਨ। ਕਈ ਵਰ੍ਹੇ ਪਹਿਲਾਂ ਅੱਖਾਂ ਵਿੱਚ ਸੁਪਨੇ ਲੈ ਕੇ ਸਰਦਾਰ ਰਜਿੰਦਰ ਸਿੰਘ ਜੀ ਕੈਨੇਡਾ ਜਾ ਕੇ ਵਸ ਗਏ। ਉੱਥੇ ਦਿਨ ਰਾਤ ਮਿਹਨਤ ਕਰਕੇ ਆਪਣੇ ਕਾਰੋਬਾਰ ਬਾਬਾ ਪਲੰਬਿੰਗ ਨੂੰ ਖੜਾ ਕੀਤਾ। ਇੱਕ ਅਜਿਹਾ ਪਰਿਵਾਰ ਹੈ ਜੋ ਕੈਨੇਡਾ ਤੇ ਗਏ, ਲੇਕਿਨ ਆਪਣੀ ਮਿੱਟੀ, ਆਪਣੀ ਰੂਹ, ਆਪਣੀ ਆਤਮਾ, ਜਾਣੀ ਕਿ ਆਪਣੇ ਪਿੰਡ, ਆਪਣੇ ਪਿਛੋਕੜ, ਆਪਣੇ ਜੱਦੀ ਪਿੰਡ ਦੇ ਨਾਲ ਅੱਜ ਵੀ ਜੁੜੇ ਹੋਏ ਹਨ। ਹਰ ਸਾਲ ਪਿੰਡ ਆਉਣਾ ਤੇ ਆ ਕੇ ਸਿਰਫ ਆਪਣੇ ਘਰ ਦੀ ਨੁਹਾਰ ਨੂੰ ਹੀ ਨਹੀਂ, ਬਲਕਿ ਪਿੰਡ ਦੀ ਨੁਹਾਰ ਨੂੰ ਵੀ ਬਦਲਣ ਦੇ ਵਿੱਚ ਆਪਣਾ ਸਹਿਯੋਗ ਦੇਣਾ, ਉਹ ਵੀ ਵੱਧ ਚੜ ਕੇ। ਫਿਰ ਬੇਸ਼ੱਕ ਉਹ ਪਿੰਡ ਦੇ ਲਈ ਹੋਏ ਜਾਂ ਪਿੰਡ ਦੇ ਲੋਕਾਂ ਦੇ ਲਈ। ਜਿਸ ਵੇਲੇ ਪਿੰਡ ਸੀਗੇ ਇੱਥੇ ਮੰਦੇਰ ਪਿੰਡ ਦੇ ਵਿੱਚ, ਉਸ ਵੇਲੇ ਕਾਰੋਬਾਰ ਕੀ ਸੀਗਾ? ਆਪਣਾ ਕੰਮਕਾਜ ਕਿਸ ਚੀਜ਼ ਦਾ ਸੀਗਾ? ਸਾਡੇ 40 ਖੇਤ ਸੀਗੇ। ਅੱਛਾ ਜੀ। ਉੱਥੇ ਸਾਂਝੇ ਸੀ ਸਾਡੇ ਤਾਇਆ ਚਾਚਿਆਂ ਦੇ। ਅੱਛਾ ਜੀ। ਉੱਥੇ ਖੇਤੀ ਕਰਦੇ ਸੀ। ਅੱਛਾ ਜੀ। ਤੇ ਨਾਲੇ ਸਾਡੀਆਂ ਦੁਕਾਨਾਂ ਸੀਗੀਆਂ। ਅੱਛਾ ਜੀ। ਸਾਈਕਲਾਂ ਦੀਆਂ। ਅੱਛਾ ਜੀ। ਇੱਥੋਂ ਰੁਜ਼ਗਾਰ ਤੁਰਦਾ ਸੀ। ਅੱਛਾ ਜੀ। ਜ਼ਿਆਦਾ ਤਾਂ ਖੇਤੀ 'ਤੇ ਨਿਰਭਰ ਸੀ। ਬਾਕੀ ਸਾਡੇ ਸਾਰੇ ਜਿੰਨੇ ਸੀ ਅਫਰੀਕਾ 'ਚ ਗਏ ਸੀਗੇ, ਜਿੰਜਾ ਜਗੰਡਾਲਾ। ਤੇ ਆਪਣਾ ਤੁਸੀਂ ਸਫ਼ਰ ਜਿਹੜਾ ਸੀਗਾ ਵਿਆਹ ਵਾਲਾ ਸਫ਼ਰ, ਤੁਹਾਡੀ ਫੈਮਿਲੀ ਉਹ ਇੱਥੇ ਪਿੰਡ ਦੇ ਵਿੱਚ ਹੀ ਵਿਆਹ ਹੋਇਆ ਸੀ ਜਾਂ ਉੱਥੇ ਜਾ ਕੇ ਵਿਆਹ ਹੋਇਆ? ਅੱਗੇ ਬੱਚੇ ਉੱਥੇ ਹੋਏ? ਪਿੰਡ ਦੇ ਇੱਥੇ ਵਿਆਹ ਤਾਂ ਇੱਥੇ ਹੋਇਆ ਸੀ। ਅੱਛਾ। ਤੇ ਫਿਰ 3 ਸਾਲਾਂ ਬਾਅਦ ਮੈਂ ਉੱਥੇ ਚਲ ਗਿਆ ਸੀ ਮੁੜ ਕੇ। 3 ਸਾਲਾਂ ਬਾਅਦ ਉੱਥੇ ਕੈਨੇਡਾ ਚਲ ਗਿਆ ਸੀ। ਅੱਛਾ। 72 'ਚ। ਜਿਸ ਟਾਈਮ 72 ਦੇ ਵਿੱਚ ਤੁਸੀਂ ਉੱਥੇ ਗਏ, 72 ਦੇ ਵਿੱਚ ਉੱਥੇ ਜਾਣ ਤੋਂ ਬਾਅਦ ਕਿਸ ਤਰੀਕੇ ਦਾ ਸਫ਼ਰ ਹੈ ਆਪਣੀ? ਕਿਉਂਕਿ ਇੱਕ ਜਦ ਅਸੀਂ ਆਪਣੇ ਪਿੰਡ ਤੋਂ, ਆਪਣੇ ਦੇਸ਼ ਤੋਂ, ਹੈ ਨਾ, ਆਪਣੇ ਸੂਬੇ ਤੋਂ ਜਾਈਏ, ਇੱਕ ਵੱਖਰੇ ਥਾਂ ਤੇ ਜਾਈਏ, ਇੱਕ ਵੱਖਰੇ ਸੂਬੇ ਤੇ ਜਾਣਾ ਵੀ ਕਈ ਵਾਰੀ ਬਹੁਤ ਔਖਾ ਹੋ ਜਾਂਦਾ। ਬਹੁਤ ਔਖਾ ਹੁੰਦਾ ਹੈ ਨਾ। ਤੇ ਦੂਜੇ ਮੁਲਕ 'ਚ ਜਾ ਕੇ ਆਪਣੇ ਆਪ ਨੂੰ ਦੁਬਾਰਾ ਰੀਐਸਟੈਬਲਿਸ਼ ਕਰਨਾ, ਉਹ ਕਿੱਦਾਂ ਦਾ ਸਫ਼ਰ ਰਿਹਾ? ਤੇ ਸਫ਼ਰ ਜਿੱਦਾਂ ਇੱਥੇ ਮਜ਼ਦੂਰੀ ਕਰਦੇ, ਉੱਥੇ ਜਾ ਕੇ ਫਾਰਮਾਂ 'ਚ ਕੰਮ ਕੀਤਾ 2 ਵੀਕਾਂ। ਅੱਛਾ। ਫਿਰ ਪੀਜੀ 'ਚ ਕੰਮ ਕਰਦੇ ਰਹੇ ਹਾਂ। ਅੱਛਾ। ਤੇ ਕੰਸਟਰਕਸ਼ਨ 'ਚ ਰੈਨੋਵੇਸ਼ਨ ਕੰਮ ਕਰਦੇ ਰਹੇ ਹਾਂ। ਅੱਛਾ ਜੀ। ਉਹਦੇ ਬਾਅਦ ਫਿਰ ਹੌਲੀ ਵੱਧਦੇ ਫਿਰ ਆਪਣਾ ਕੰਮ ਸ਼ੁਰੂ ਕਰ ਲਿਆ। ਆਪਣੇ ਕੰਮ ਤੋਂ ਬਾਅਦ ਫਿਰ ਚਲੀ ਗਏ। ਤੇ ਪਰਿਵਾਰ ਵੱਧਦਾ ਗਿਆ, ਪੜ੍ਹਾਈ ਨਿਆਣੇ ਦੀ ਹੁੰਦੀ ਰਹੀ, ਅਸੀਂ ਆਪਣਾ ਕੰਮ ਕਰਦੇ ਰਹੇ। ਅੱਛਾ, ਮੈਂ ਸੁਣਿਆ ਤੁਹਾਨੂੰ ਪਿਆਰ ਨਾਲ ਬਾਬਾ ਪਲੰਬਿੰਗ ਵਾਲੇ ਆਖਦੇ ਨੇ। ਅਸੀਂ ਨਾਂ ਹੀ ਬਾਬਾ ਜੀ ਬਾਬਾ ਪਲੰਬਿੰਗ ਵਾਲੇ ਕਿਉਂ, ਇਹ ਨਾਂ ਕਿਉਂ ਪਿਆ? ਕਿਉਂਕਿ ਅਸੀਂ ਬਾਬਾ ਜੀ ਦੀ ਇਹਨਾਂ ਦੀ ਬਹੁਤ ਪੂਜਾ ਕਰਦੇ ਹਾਂ। ਅੱਛਾ ਜੀ। ਇਹਨਾਂ ਕਰਕੇ ਫਿਰ ਇਹਨਾਂ ਦਾ ਅਸੀਂ ਸਾਰਾ ਬਾਬਾ ਜੀ ਇਹਨਾਂ ਦੇ ਨਾਂ ਤੇ ਚੱਲਦੀ ਹੈ। ਇਹ ਕੌਣ ਸੀ? ਇਹਨਾਂ ਦਾ ਇਤਿਹਾਸ ਕੀ ਹੈ? ਇਹਨਾਂ ਇਤਿਹਾਸ ਤਾਂ ਹੈਗਾ ਬਹੁਤ ਲੰਬਾ। ਅੱਛਾ। ਸਾਡੇ ਕਹਿੰਦੇ ਵੀ ਸਾਡੇ ਜਿਹੜੇ ਬਜ਼ੁਰਗ ਸੀ ਨਾ, ਸਾਡੇ ਇੱਕ ਗ੍ਰੈਂਡ-ਮਦਰ ਸੀ, ਉਹਦੀ ਡੈਥ ਹੋ ਗਈ। ਉਦੋਂ ਬਾਬਾ ਜੀ ਉਹ ਆਉਣ ਵਾਲੇ ਸੀ ਥੋੜ੍ਹੇ ਦਿਨਾਂ ਦੇ। ਬੁੜੀਆਂ ਨੇ ਜਾ ਕੇ ਉੱਥੇ ਉਹਨੂੰ ਸੰਸਕਾਰ ਭੂਮੀ 'ਚ ਜਾ ਕੇ ਸੰਸਕਾਰ ਕਰਦਾ।
ਉਹਨੇ ਪੇਟ ਚੋਂ ਬੱਚਾ ਡਿੱਗ ਕੇ ਬਾਹਰ ਆ ਗਿਆ ਅੱਛਾ ਤੇ ਉਹਨਾਂ ਬੁੜੀਆਂ ਨੇ ਕੀਤਾ ਉਹ ਬੱਚੇ ਨੂੰ ਚੁੱਕ ਕੇ ਫੇਰ ਵਿੱਚੇ ਰੱਖਤਾ ਜਿਹੜੇ ਸੀਗੀਆਂ। ਤਾਂ ਫਿਰ ਉਹ ਜਦੋਂ ਘਰ ਆ ਕੇ ਬੁੜੀਆਂ ਖੇਡਦੀਆਂ ਹੁੰਦੀਆਂ, ਕਹਿੰਦੀ ਇੱਦਾਂ ਖੇਡਣ ਲੱਗ ਪਈਆਂ ਸਾਰੀਆਂ। ਉਹ ਕਹਿੰਦੇ ਤੁਸੀਂ ਮੇਰੇ ਜੀਂਦੇ ਨੂੰ ਜਾਲਤਾ, ਤੁਹਾਨੂੰ ਮੈਂ ਜੀਂਦਾ ਸੀ ਤੁਸੀਂ ਮੈਂ ਜੀਂਦੇ ਨੂੰ ਜਾਲਿਆ। ਉਹ ਫਿਰ ਉਹ ਜਦੋਂ ਇੱਥੇ ਸਾਡੇ ਦਲਾਨ ਹੁੰਦਾ ਸੀ ਉਹ 'ਚ ਬੈਠੇ ਸੀ ਸਾਰੇ, ਤੇ ਉਹ ਕਹਿੰਦੇ ਬਾਬਾ ਜੀ ਸੱਤੇ ਭੋਰ ਹੋ ਗਏ, ਸਾਨੂੰ ਪਤਾ ਨਾ ਸੀ, ਸਾਨੂੰ ਬਖਸ਼ੋ। ਕਹਿੰਦਾ ਤਾਂ ਫਿਰ ਤੁਸੀਂ ਮੇਰੇ ਨਾਂ ਦਾ ਦੀਵਾ ਹਰ ਰੋਜ਼ ਜਗਾਇਆ ਕਰੋ, ਜੋਤ ਜਗਾਇਆ ਕਰੋ, ਫਿਰ ਤੁਹਾਨੂੰ ਬਚ ਸਕਦਾ। ਜਦ ਤੋਂ ਫਿਰ ਪਹਿਲਾਂ ਮੈਂ ਦੇਖਿਆ ਸਾਡੇ ਇੱਕ ਆਲਾ ਹੁੰਦਾ ਸੀ, ਉੱਥੇ ਜੀ ਜੋਤ ਜਗਾਉਂਦੇ ਨੇ ਜਦ ਛੋਟੇ ਛੋਟੇ ਹੁੰਦੇ ਸੀ। ਉਹਦੇ ਬਾਅਦ ਫਿਰ ਅਸੀਂ ਸਾਰੇ ਬਾਹਰ ਚਲੇ ਗਏ। ਫਿਰ ਇਹ ਜਗ੍ਹਾ ਬਣਾਤੀ ਸਾਡੀ ਬੀਬੀ ਮਾਤਾ ਜਿਹੜੀ ਸੀ, ਉਹਨੇ ਕਹਿ ਕੇ ਜਗ੍ਹਾ ਕਰ ਇੱਦਾਂ ਦੀ ਬਣਾ ਪਊ। ਬਸ ਫਿਰ ਜਦ ਅਸੀਂ ਇੱਧਰ ਲੱਗੇ ਹਾਂ, ਬਸ उस करके नाम भी बाबा जी परम ही करता है, बाबा जी परम ने हीटिंग कराता है। ਜਿਸ ਟਾਈਮ ਇਸ ਨਾਂ ਦੇ ਨਾਲ ਪੁਕਾਰਿਆ ਜਾਂਦਾ ਵਧੀਆ ਲੱਗਦਾ। ਸਾਰੇ ਬਾਬਾ ਜੀ ਕਹਿੰਦੇ ਬਸ ਠੀਕ ਆ, ਆਪਾਂ ਨੂੰ ਕੀ, ਆਪਾਂ ਕੋਈ ਕਹਿੰਦਾ ਥੋੜੀ ਆ, ਬਾਬਾ ਜੀ ਕਰਕੇ ਸੱਦੇ ਠੀਕ ਆ। ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈ? 75 ਇਅਰਸ। 75 ਸਾਲਾਂ ਦੇ ਜੇਕਰ ਜ਼ਿੰਦਗੀ ਦਾ ਸਫ਼ਰ ਵੇਖੀਏ, ਜਿੰਨਾ ਕਿ ਇੱਥੇ ਬੀਤਿਆ ਤੇ ਜਿੰਨਾ ਕੁ ਉੱਥੇ ਬੀਤਿਆ, ਕਿਹੜਾ ਸਫ਼ਰ ਸਭ ਤੋਂ ਵਧੀਆ ਰਿਹਾ? ਵੈਸੇ ਸਫ਼ਰ ਇੱਥੇ ਵੀ ਚੰਗਾ ਸੀ, ਕੋਈ ਟੈਨਸ਼ਨ ਨਾ ਸੀਗੀ, ਤੇ ਉੱਥੇ ਵੀ ਚੰਗਾ ਸੀ। ਮੁਸ਼ਕਲਾਂ ਤਾਂ ਆਉਂਦੀਆਂ ਰਹਿੰਦੀਆਂ, ਹਰੇਕ ਨੂੰ ਆਉਂਦੀਆਂ, ਬਿਲਕੁਲ ਇਹ ਤਾਂ ਲਾਈਫ ਦੇ ਵਿੱਚ ਹੈਗੀ। ਬਿਲਕੁਲ ਪਾਰਟ ਆਫ ਲਾਈਫ। ਤੇ ਪਾਰਟ ਆਫ ਲਾਈਫ ਜਿਹੜਾ ਚੱਲਦਾ ਰਿਹਾ। ਹੁਣ ਬਿਲਕੁਲ ਅੱਗੇ ਨੂੰ ਠੀਕ, ਬਹੁਤ ਠੀਕ। ਹੁਣ ਨਿਆਣੇ ਆਪਣਾ ਪੜ੍ਹ ਗਏ ਆ, ਆਪਣੀ ਜੋਬਾਂ ਕਰਦੇ ਆ। ਮੈਂ ਤਾਂ ਵਿਹਲਾ ਜਿਹੜਾ ਹੈ ਨਾ, ਆਪਣਾ ਟਾਈਮ ਵੇਸਟ ਕਰਨ ਲਈ ਜਾਣਾ, ਆਪਣੇ ਆਪ ਨੂੰ ਮੂਵ ਔਨ ਰੱਖਣ ਦੇ ਲਈ ਕੰਮ ਮਾੜਾ ਮੋਟਾ ਕਰੀ ਜਾਂਦਾ, ਨਾਲ ਬੰਦਿਆਂ ਨਾਲ ਕੰਮ ਨਹੀਂ ਵਧੀਆ ਹੈ, ਆਪਣੇ ਆਪ ਨੂੰ ਜ਼ਿੰਦਗੀ 'ਚ ਰੁਝਾਇਆ ਜਾਵੇ, ਉਹ ਜ਼ਿਆਦਾ ਵਧੀਆ। ਸੋ ਇਹ ਉਹ ਥਾਂ ਸੀ ਜਿੱਥੇ ਤੁਹਾਡਾ ਪਹਿਲਾਂ ਜੱਦੀ ਘਰ ਹੁੰਦਾ ਸੀ? ਇਹ ਜਨਮ ਸਥਾਨ ਹੈ। ਇਹ ਜਨਮ ਸਥਾਨ ਹੈ। ਅੱਛਾ, ਜਨਮ ਸਥਾਨ ਦੇ ਨਾਲ ਨਾ ਬਹੁਤ ਗੂੜੀਆਂ ਯਾਦਾਂ ਜੁੜੀਆਂ ਹੁੰਦੀਆਂ, ਕਿਉਂਕਿ ਜਿੱਥੇ ਜਨਮ ਹੋਇਆ ਹੋਵੇ ਉਹ ਥਾਂ ਕਦੇ ਨਹੀਂ ਭੁਲਾਈ ਜਾ ਸਕਦੀ। ਉਹ ਜਗ੍ਹਾ ਹੀ ਅਜਿਹੀ ਜਗ੍ਹਾ ਹੁੰਦੀ ਹੈ ਜਿਹੜੀ ਰੂਹਾਂ 'ਚ ਵਸੀ ਹੁੰਦੀ ਹੈ, ਖੂਨ ਵਿੱਚ ਵਸੀ ਹੁੰਦੀ ਹੈ। ਬਚਪਨ ਦੀਆਂ ਯਾਦਾਂ ਕੁਝ ਇਸ ਤਰੀਕੇ ਦੀਆਂ ਹੁੰਦੀਆਂ ਕਿ ਅਸੀਂ ਜਦ ਹੁੰਦੇ ਆ, ਮਾਵਾਂ ਪਿੱਛੇ ਭੱਜਦੀਆਂ ਨੇ, ਜਾਂ ਮਾਵਾਂ ਤੋਂ ਡਾਂਟ ਖਾਦੇ ਹੁੰਦੇ ਆਪਣੀ ਸ਼ੈਤਾਨੀਆਂ ਕਰਕੇ। ਸੋ ਕੁਝ ਉਦਾਂ ਦੀਆਂ ਯਾਦਾਂ ਰਹੀਆਂ ਨੇ? ਬਹੁਤ ਜ਼ਿਆਦਾ ਬਹੁਤ ਜ਼ਿਆਦੀਆਂ। ਆਹ ਇੱਥੇ ਸਾਡੇ ਖੂਹ ਹੁੰਦਾ ਸੀ। ਅੱਛਾ। ਆ ਜਿਹੜਾ ਅੱਛਾ। ਇੱਥੋਂ ਸਾਰੇ ਪਿੰਡ ਨੂੰ ਪਾਣੀ ਮਿਲਦਾ ਸੀ। ਅੱਛਾ। ਜਦੋਂ ਪਹਿਲਾਂ ਛੋਟੇ ਹੁੰਦੇ ਸੀ ਉਹ ਖੂਹ, ਫਿਰ ਜਦੋਂ ਸਾਰੇ ਬਾਹਰ ਘਰ ਬਣਾਤੇ, ਫਿਰ ਇਹਨਾਂ ਨੇ ਖੂਹ ਬੰਦ ਹੋ ਗਿਆ, ਫਿਰ ਕੋਈ ਲੁਕਾਟੋ ਨਹੀਂ ਕਰਦਾ। 6-7 ਸਾਲ ਹੋ ਗਏ, ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਬਣਾ ਕੇ, ਤੇ ਪੂਜਨੀਕ ਜਗ੍ਹਾ ਹੈ ਪਿੰਡ ਲਈ, ਇਸ ਕਰਕੇ ਇਹਨੂੰ ਫਿਰ ਚੰਗੀ ਤਰ੍ਹਾਂ ਬਣਾਇਆ, ਹੁਣ ਰੱਖਿਆ। ਇੱਧਰੋਂ ਪੈੜ ਹੁੰਦੇ ਸੀ ਇੱਥੇ ਮਸਰਾ ਸਟੇਸ਼ਨ, ਤੇ ਪਹਿਲਾਂ ਇਹੀ ਪਾਣੀ ਪੂਣੀ ਦੇਣ ਲਈ ਵੀ ਖੇਤਾਂ ਨੂੰ ਇਹੀ ਖੂਹ ਹੁੰਦਾ ਸੀ। ਬਹੁਤ ਪੁਰਾਣੀ ਗੱਲ ਹੈ। ਹੁਣ ਠੀਕ, ਹੁਣ ਤਾਂ ਬਾਹਰ ਕੱਲੇ ਘਰ ਟਿਊਬ ਲੱਗੇ ਹੋਏ। ਤੇ ਕਦੇ ਇਸ ਵੇੜੇ ਦੇ ਵਿੱਚ ਭੱਜਦੇ ਡਿੱਗੇ? ਕਿਤੇ ਇਸ ਵੇੜੇ ਦੇ ਵਿੱਚ ਕਦੇ ਭੱਜਦੇ ਡਿੱਗੇ ਸੀਗੇ? ਸੱਟਾਂ ਲੱਗੀਆਂ? ਬਹੁਤ ਵੇੜੇ, ਇੱਕ ਦਿਨ ਬਹੁਤ ਵੇੜੇ। ਤੇ ਭੈਣ ਭਰਾਵਾਂ ਦੇ ਨਾਲ ਉਹ ਮਸਤੀ, ਉਹ ਖੇਡਣਾ, ਉਹ ਲੜਨਾ, ਉਹ ਚੇਤੇ ਆਉਂਦਾ? ਬਹੁਤ ਜ਼ਿਆਦਾ ਕੀਤਾ, ਪਰ ਹੁਣ ਆਪਣਾ ਸਾਰੇ ਕਰਦੇ ਆ। ਹੁਣ ਕੀ ਠੀਕ ਹੈ, ਬਹੁਤ ਵਧੀਆ ਸੀ। ਪਿੰਡ ਮੇਰਾ ਲੱਗੇ ਮੈਨੂੰ ਖੁਦਾ ਦੀ ਦਾਤ ਵਰਗਾ, ਰੁੱਖਾਂ ਨਾਲ ਭਰੇ ਸ਼ਹਿਰਾਂ ਦੇ ਰੌਲਿਆਂ ਤੋਂ ਦੂਰ, ਪਿੰਡ ਮੇਰਾ ਲੱਗੇ ਮੈਨੂੰ ਸੁਰਗਾਂ ਵਰਗਾ। ਜਦ ਅਸੀਂ ਆਪਣੀ ਮਿੱਟੀ, ਆਪਣੇ ਜੱਦੀ ਪਿੰਡ, ਆਪਣੀ ਜਨਮ ਭੂਮੀ ਨੂੰ ਹੀ ਸਵਰਗ ਮੰਨ ਲੈਂਦੇ ਹਾਂ, ਤਾਂ ਫਿਰ ਉਸ ਤੋਂ ਉੱਤੇ ਕੁਝ ਵੀ ਨਹੀਂ ਹੁੰਦਾ। ਫਿਰ ਭਾਵੇਂ ਅਸੀਂ ਉਸ ਥਾਂ ਤੇ ਹੋਈਏ ਜਾਂ ਨਾ, ਪਰ ਉਹ ਥਾਂ ਹਮੇਸ਼ਾ ਜ਼ਿਹਨ ਵਿੱਚ ਰਹਿੰਦੀ ਹੈ। ਉਸ ਥਾਂ ਲਈ ਕੁਝ ਕਰਨ ਦਾ ਜਜ਼ਬਾ ਹਮੇਸ਼ਾ ਰਹਿੰਦਾ ਹੈ। ਉਸ ਥਾਂ ਦੀ ਨੁਹਾਰ ਨੂੰ ਬਦਲਣ ਲਈ ਹਮੇਸ਼ਾ ਕੁਝ ਨਾ ਕੁਝ ਕੀਤਾ ਜਾਂਦਾ ਹੈ। ਉਸ ਥਾਂ ਦੇ ਲੋਕਾਂ ਦੀ ਸੇਵਾ ਕਰਨ ਦਾ ਦਿਲ ਕਰਦਾ ਹੈ। ਸੇਵਾ ਜਦ ਇਹ ਲਫ਼ਜ਼ ਆਉਂਦਾ ਹੈ ਤਾਂ ਇਸ ਦੁਨੀਆ ਵਿੱਚ ਵਿਰਲੇ ਹੀ ਅਜਿਹੇ ਕਰਮਾਂ ਵਾਲੇ ਲੋਕ ਹਨ ਜਿਨ੍ਹਾਂ ਦੇ ਲੇਖੇ ਰੱਬ ਸੇਵਾ ਲਗਾਉਂਦਾ ਹੈ। ਅਜਿਹੇ ਵਿਰਲੇ ਲੋਕ ਜੋ ਬਿਨਾਂ ਕਿਸੇ ਲਾਲਚ ਤੇ ਸਵਾਰਥ ਤੋਂ ਬਸ ਜੁਟ ਜਾਂਦੇ ਹਨ ਆਪਣੇ ਕਰਮਾਂ ਦੇ ਪੁੰਨ ਕਮਾਉਣ ਲਈ। ਔਰ ਕੁਝ ਅਜਿਹਾ ਹੀ ਹੈ ਸਰਦਾਰ ਰਜਿੰਦਰ ਸਿੰਘ ਜੀ ਦੇ ਪਰਿਵਾਰ ਦੇ ਨਾਲ। ਉਮਰ ਦੇ ਇਸ ਪੜਾਅ ਵਿੱਚ ਵੀ ਉਹਨਾਂ ਦਾ ਜਜ਼ਬਾ ਤੇ ਸੇਵਾ ਭਾਵ ਨੂੰ ਸਲਾਮ। ਹਰ ਸਾਲ ਪਿੰਡ ਵਿੱਚ ਅੱਖਾਂ ਦੇ ਕੈਂਪ ਲਗਾਉਣਾ, ਫ੍ਰੀ ਦਵਾਈਆਂ ਤੇ ਟੈਸਟ ਕਰਾਉਣਾ,
ਲੋਕਾਂ ਦੀ ਮਾਲੀ ਹਾਲਤ ਵਿੱਚ ਉਹਨਾਂ ਦਾ ਸਹਾਰਾ ਬਣਨਾ, ਇਹ ਸਭ ਸਰਦਾਰ ਰਜਿੰਦਰ ਸਿੰਘ ਜੀ ਦੇ ਲੇਖੇ ਆਇਆ ਹੈ। ਅੱਛਾ, ਜਦ ਵੀ ਇਸ ਥਾਂ ਦਾ, ਜਨਮ ਭੂਮੀ ਦਾ, ਜਨਮ ਸਥਾਨ ਦਾ ਨਾਂ ਆਉਂਦਾ ਹੈ ਜਾਂ ਦਿਮਾਗ ਵਿੱਚ ਇਹ ਥਾਂ ਆਉਂਦੀ ਹੈ ਪੁਰਾਣਾ, ਜਿਸ ਟਾਈਮ ਦਾ ਤੁਸੀਂ, ਜਿਸ ਟਾਈਮ ਤੁਹਾਡਾ ਜਨਮ ਹੋਇਆ ਸੀ, ਦਿਮਾਗ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ? ਸਭ ਤੋਂ ਪਹਿਲਾਂ ਕਿਹੜਾ ਇਨਸਾਨ ਆਉਂਦਾ ਦਿਮਾਗ 'ਚ? ਸਭ ਤੋਂ ਜ਼ਿਆਦਾ ਮਾਂ ਪਿਓ, ਉਹਦੇ ਬਾਅਦ ਫਿਰ ਜੋ ਕੰਮ ਕੀਤੇ ਯਾਰ ਦੋਸਤ ਸਾਰੇ ਹੁੰਦੇ। ਤੇ ਯਾਰ ਦੋਸਤ ਹੈਗੇ ਪਿੰਡ ਦੇ ਵਿੱਚ ਮੌਜੂਦ? ਬਹੁਤ 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 ਹੈਗੇ ਹਾਲੇ ਵੀ? ਹਾਲੇ ਵੀ ਹੈਗੇ। ਇੱਕ ਇੱਧਰ ਖੜਾ ਮੱਖਣ ਸਿੰਘ ਸ਼ੋਕਰ, ਤੇ ਆਜੋ ਜੀ। ਇਹ ਸਾਡੇ ਖੇਤਾਂ ਦੀ ਰਾਖੀ ਇਹੀ ਕਰਦਾ ਸਾਰਾ। ਅੱਛਾ, ਖੇਤਾਂ ਦੀ ਰਾਖੀ ਇੱਥੇ ਕਰਦਾ। ਇਹੀ ਕਰਦਾ। ਆਜੋ। ਇਹ ਸਾਰੇ ਕੰਮ ਮੇਰੇ ਇਹੀ ਕਰਦਾ ਹੁਣ। ਅੱਛਾ। ਪਹਿਲਾਂ ਹੋਰ ਮਕਾਨ ਪਰ ਹੁੰਦਾ ਸੀ ਬੰਦਾ, ਉਹ ਸਾਡਾ ਭਰਾ ਹੀ ਲੱਗਦਾ ਸੀ, ਬਲਬੀਰ ਸਿੰਘ, ਤੇ ਉਹਦੀ ਡੈਥ ਹੋ ਗਈ ਤੇ ਇਹਨੂੰ ਸਾਂਭ ਲਿਆ। ਤੇ ਸਾਡਾ ਭੂਆ ਦਾ ਮੁੰਡਾ ਸੀ, ਉਹ ਲੋਕਾਂ ਉੱਠਾ ਕਰਦਾ ਰਿਹਾ ਸਾਰੇ ਲੈਣ ਦੇਣ ਦਾ ਜੋ ਵੀ ਸੀਗਾ। ਉਹਦੇ ਬਾਅਦ ਫਿਰ ਹੁਣ ਇਹ ਕਿ ਆਇਆ, ਇਹਨੂੰ ਵੀ ਬਹੁਤ ਪਤਾ ਸੀ। ਤੇ ਬਚਪਨ ਦੇ ਹਾਣੀ ਹੋ ਤੁਸੀਂ ਦੋਵੇਂ? ਨਹੀਂ, ਬਹੁਤ ਮੇਰੇ ਤੋਂ ਛੋਟਾ ਹੈ। ਅੱਛਾ। ਤੇ ਇਹਨਾਂ ਨਾਲ ਕਿੱਦਾਂ ਦਾ ਸਮਾਂ ਤੁਸੀਂ ਬਤੀਤ ਕੀਤਾ ਕੈਨੇਡਾ ਜਾਣ ਤੋਂ ਪਹਿਲਾਂ? ਇਹਨਾਂ ਦਾ ਕੈਨੇਡਾ ਦੇ ਤਾਂ ਪਤਾ ਨਹੀਂ ਸੀ, ਪਰ ਹੁਣ ਬਹੁਤ ਵਧੀਆ। ਬਹੁਤ ਵਧੀਆ। ਪਹਿਲਾਂ ਤਾਂ ਬਹੁਤ ਘੱਟ ਮਿਲਦੇ ਸੀ, ਕਿ ਮੈਨੂੰ ਤਾਂ 40-45 ਸਾਲ ਤੇ ਗਏ ਨੂੰ ਹੋਏ, 46 ਸਾਲ। ਬਹੁਤ ਨੇਕ ਭਲਾਈ ਦੇ ਕੰਮਾਂ ਨੂੰ ਨੇਕ ਪਰਿਵਾਰ ਹੈ, ਰੂਪਰਾ ਪਰਿਵਾਰ ਸਾਰਾ, ਪੂਰਾ ਫੈਮਿਲੀ ਦਾ ਸਾਰਾ ਪਰਿਵਾਰ ਬਹੁਤ ਨੇਕ ਭਲਾ ਮਾਨਸ, ਇਨਸਾਨੀਅਤ, ਸਮਾਜ ਸੇਵਕ, ਸਾਰਾ ਕੁਛ ਇਹਨਾਂ ਦੇ ਕੋਲ ਹੈ। ਔਰ ਠੰਡੇ ਸੁਭਾਅ ਦੇ, ਨਿੱਘੇ ਸੁਭਾਅ ਦੇ, ਸਮਾਜ ਲਈ ਹਰ ਇੱਕ ਚੀਜ਼ ਦੇਣ ਨੂੰ ਤਿਆਰ ਹੈ। ਜੇ ਮੋਹਰੇ ਕੋਈ ਲੈਣੇ ਵਾਲਾ ਹੋਵੇ, ਜਾਣੀ ਇਹਨਾਂ ਕੋਲ ਵਾਹਿਗੁਰੂ ਦੀ ਦਇਆ ਸਭ ਕੁਛ ਦਿੱਤਾ। ਇੰਨਾ ਸੁਭਾਅ ਨਿੱਘਾ, ਕੋਈ ਇਹਨਾਂ 'ਚ ਹਉਮੈ ਹਕਾਰ ਹੈ, ਰੱਬ ਦਾ ਨਾਮ ਲੈਣੇ ਵਾਲਾ ਇਨਸਾਨ ਹੈ। ਇਹ ਕੈਂਪ ਲਗਾਉਣਾ ਕਿੰਨਵਾਂ ਕੈਂਪ ਇਸ ਵਾਰ ਲੱਗ ਰਿਹਾ? ਇਹ ਮੇਰਾ ਖਿਆਲ ਛੇਵਾਂ ਕੈਂਪ ਹੋ ਗਿਆ। 6ਵਾਂ ਕੈਂਪ ਹੈ। ਸੇ ਅੱਖਾਂ ਦਾ ਕੈਂਪ ਲਗਾਉਣਾ, ਡਿਸਪੈਂਸਰੀ ਖੋਲਣਾ, ਇਹ ਸਭ ਚੀਜ਼ਾਂ ਕਰਨ ਵਾਸਤੇ ਦਿਮਾਗ 'ਚ ਕੀ ਆਇਆ ਸੀ? ਜਿਸ ਟਾਈਮ ਸ਼ੁਰੂਆਤ ਕੀਤੀ ਤਾਂ ਦਿਮਾਗ 'ਚ ਕੀ ਸੀ ਕਿ ਮੈਂ ਇਸ ਤਰੀਕੇ ਦੀ ਸੇਵਾ ਕਰਨੀ ਹੈ? ਇੱਕ ਵਾਰੀ ਕਾਫੀ ਚਿਰ ਹੋ ਗਿਆ, ਮਨ ਦੇ ਵਿੱਚ ਤਾਂ ਬਹੁਤ ਸੀ, ਤੇ ਪਰ ਸਾਡਾ ਭਰਾ ਆਸਟ੍ਰੇਲੀਆ ਰਹਿੰਦਾ, ਫਿਰ ਤਾਇਆ ਜੀ ਦਾ ਲੜਕਾ ਸਰਵਣ ਸਿੰਘ ਰੂਪਰਾ, ਹਾਂਜੀ, ਤੇ ਉਹ ਕਹਿੰਦਾ ਮੈਂ ਚਾਹੁੰਦਾ ਡਿਸਪੈਂਸਰੀ ਹੋਵੇ। ਅੱਛਾ। ਉਹਦੀ ਫਿਰ ਸਿਹਤ ਖਰਾਬ ਹੋ ਗਈ। ਅੱਛਾ। ਤੇ ਕੋਈ ਤੁਰਦਾ ਨਾ ਸੀ। ਅੱਛਾ। ਤੇ ਮੇਰੇ ਮਨ 'ਚ ਆਇਆ ਵੀ ਭਰਾ ਦੀ ਵੀ ਇੱਛਾ ਆ। ਤੇ ਸਾਡਾ ਤਾਇਆ ਜੀ, ਬੜੇ ਤਾਇਆ ਜੀ ਦਾ ਲੜਕਾ, ਹਾਂਜੀ, ਜਿਹਨੇ ਕਿ ਸਾਡੇ ਘਰ ਦਾ ਕਰ ਧੋ ਰਿਹਾ, ਉਹਨਾਂ ਦੀ ਬਹੁਤ ਕੁਰਬਾਨੀ ਸੀ। ਉਹਨਾਂ ਦੀ ਇੱਛਾ ਪੂਰੀ ਕਰਨ ਦੇ ਖਾਤਰ ਡਿਸਪੈਂਸਰੀ ਬਹੁਤ ਜ਼ਰੂਰੀ ਸੀ। ਤੇ ਪਿਛਲੇ ਸਾਲ ਮੈਂ ਆਇਆ ਸੀ ਜੁਲਾਈ 'ਚ, ਤਾਂ ਇਹਨਾਂ ਦੀ ਡਿਸਪੈਂਸਰੀ ਖੋਲ੍ਹਤੀ ਸੀ। ਤੇ ਹੁਣ ਅਸੀਂ ਇਸ ਸਾਲ ਲੈਬੋਰੇਟਰੀ ਖੋਲ੍ਹ ਦੇਣੀ ਹੈ। ਅੱਛਾ ਜੀ। ਤੇ ਜਿਹਦੇ ਨਾਲ ਫਿਰ ਜਿਹੜੇ ਆ ਇੰਨੇ ਪੈਸੇ ਲੋਕਾਂ ਦੇ ਲੈਣੇ, ਜਿਹੜੇ ਸਾਡਾ ਖਰਚਾ ਚੱਲੀ ਜਾਵੇ, ਜਿਹੜੇ ਬੰਦੇ ਆ ਜਿਹੜੀ ਮਸ਼ੀਨਾਂ ਲੈ ਦੇਣੀਆਂ ਪਹਿਲਾਂ, ਤੇ ਜਿਹੜਾ ਖਰਚਾ ਸਾਡਾ ਚੱਲੀ ਜਾਵੇ, ਜਿਹੜੀ ਤਨਖਾਹ ਉਹਦੀ ਕੋਈ ਹੋਰ ਐਕਸਪੈਂਸਾਂ ਦਾ ਉਹ ਨਿਕਲ ਜਾਵੇ। ਇੱਦਾਂ ਦੀ ਲੈਬੋਰੇਟਰੀ ਖੋਲ੍ਹ ਦੇਣੀ ਆ। ਤੇ ਇਸ ਡਿਸਪੈਂਸਰੀ ਦੇ ਵਿੱਚ ਜਾਂ ਕੈਂਪ ਦੇ ਵਿੱਚ ਜੋ ਲੱਗਦਾ ਹੈ, ਡਾਕਟਰਸ ਨੂੰ ਲੈ ਕੇ ਹੋਗੇ ਜਾਂ ਦਵਾਈਆਂ ਲੈ ਕੇ ਹੋਗੇ, ਕੁਝ ਸਰਕਾਰ ਦਾ ਵੀ ਰੋਲ ਹੈ ਜਾਂ ਸਰਕਾਰ ਦਾ ਪਿੰਡ ਦੇ ਨਾਲ ਮਿਲ ਕੇ ਤੁਸੀਂ ਕਰਦੇ ਹੋ? ਸਰਕਾਰ ਦਾ ਕੋਈ ਨਹੀਂ, ਨਾ ਗੌਰਮੈਂਟ ਕੋ ਦਿੰਦੀ ਆ, ਤਾਂ ਸਾਡੀ ਸ਼ੌਕ ਆ, ਅਸੀਂ ਆਪਣੇ ਸ਼ੌਕ ਲਈ, ਮੇਰੇ ਭਰਾ ਜਿਹੜੇ ਆ ਤਾਂ ਚਾਚੇ ਦੇ ਲੜਕੇ ਆ, ਤਾਂ ਉਹ ਮਦਦ ਕਰਦੇ ਆ ਵੀ ਹਲਾਸ਼ੀ ਦਿੰਦੇ, ਬਹੁਤ ਵਧੀਆ ਕਰ ਤੇ ਉਹ ਵੀ ਮਦਦ ਕਰਦੇ। ਉਹਨਾਂ ਨੇ ਹੁਣ ਵੀ ਜੇ ਮੈਂ ਤੁਰਨ ਲੱਗਾ ਸੀ, ਮੈਨੂੰ ਲਿਆ ਕੇ ਪੈਸੇ ਦੇ ਦਿੱਤੇ ਵੀ ਜਿੱਥੇ ਮਰਜ਼ੀ ਖਰਚ ਦੀ, ਉਹ ਫਿਰ ਖਰਚੀ ਜਾਂਦੇ।
ਤੇ ਕੈਂਪ ਦਾ ਕਿੰਨਾ ਰਿਸਪੌਂਸ ਆ ਰਿਹਾ, ਕਿਉਂਕਿ 6ਵਾਂ ਕੈਂਪ ਤੁਸੀਂ ਕਹਿ ਰਹੇ ਹੋ, ਕਿੰਨੇ ਕੁ ਮਰੀਜ਼ ਆਉਂਦੇ ਨੇ ਹਰ ਸਾਲ ਕੈਂਪ ਦੇ ਵਿੱਚ ਔਰ ਕਿੱਦਾਂ ਦਾ ਰਿਸਪੌਂਸ ਆਉਂਦਾ? ਮੇਰੇ ਖਿਆਲ ਕਹਿੰਦੇ ਆ ਵੀ ਮੈਂ ਤਾਂ ਪਹਿਲੀ ਵਾਰ ਇੱਥੇ ਆਇਆ ਅੱਛਾ ਜੀ। ਤੇ ਅੱਗੇ ਉਹ ਸਾਰੇ ਇਹ ਦੇਵਰਾਜ ਹੁਣੀ ਜਾਂ ਮੇਰੇ ਚਾਚੇ ਤਾਇਆ ਜੀ ਦਾ ਲੜਕਾ, ਤਾਇਆ ਜੀ ਦਾ ਲੜਕਾ ਅਵਤਾਰ ਸਿੰਘ ਸੀ, ਤੇ ਹੋਰ ਜਿਹੜੇ ਪਿੰਡ ਵਾਲੇ ਉਹ ਹੀ ਕਰਦੇ, ਲੋਕ ਇਕੱਠਾ ਕਰਦੇ, ਮੈਂ ਨਹੀਂ ਆਇਆ। ਤੇ ਉਹਨਾਂ ਨੇ ਫਿਰ ਇਹ ਉਹੀ ਕਰਦੇ ਸੀ, ਉਹ ਦੱਸਦੇ ਸੀ 250-300 ਬੰਦਾ ਰੋਜ਼ ਹਰੇਕ ਕੈਂਪ ਨੂੰ ਆ ਜਾਂਦਾ। ਅੱਛਾ ਜੀ। ਉਹਨਾਂ 'ਚੋਂ 15-20 ਬੰਦਿਆਂ ਦਾ ਉਹ ਲੈਂਸ ਪਾਉਂਦੇ ਆ ਹਰੇਕ ਸਾਲ। ਐਤਕੀ ਦੇਖੋ ਕਿੰਨੇ ਪਾਉਂਦੇ ਆ, ਉਹ ਕੀ ਬਣਦਾ। ਜਿਸ ਟਾਈਮ ਸੇਵਾ ਕਰਦੇ ਆ ਤੇ ਸੇਵਾ ਭਾਵ ਹਰ ਕਿਸੇ ਦੇ ਵਿੱਚ ਨਹੀਂ ਹੁੰਦਾ, ਔਰ ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਸੀਬ ਵਿੱਚ ਸੇਵਾ ਆਉਂਦੀ ਹੈ ਲੋਕਾਂ ਦੀ ਸੇਵਾ ਕਰਨ ਵਾਸਤੇ। ਇਸ ਸੇਵਾ ਤੋਂ ਬਾਅਦ ਜਿਸ ਟਾਈਮ ਲੋਕ ਕੋ ਮਿਲਦੇ ਨੇ ਤੁਹਾਨੂੰ, ਜਿੱਦਾਂ ਤੁਸੀਂ ਕਿਹਾ ਹੁਣ ਤੁਸੀਂ ਆਏ ਹੋ, ਲੋਕ ਮਿਲਣਗੇ ਤੁਹਾਨੂੰ, ਜਿਹੜੇ ਲੋਕ ਪਿੰਡ ਦੇ ਵੀ ਮਿਲਦੇ ਨੇ ਉਹ ਧੰਨਵਾਦ ਕਰਦੇ ਨੇ ਜਾਂ ਦੁਆਵਾਂ ਦਿੰਦੇ ਨੇ, ਕਿਸ ਤਰੀਕੇ ਦਾ ਲੱਗਦਾ? ਬਹੁਤ ਚੰਗਾ ਲੱਗਦਾ, ਕਿਉਂਕਿ ਅਸੀਂ ਪੈਸੇ ਨਹੀਂ ਬਹੁਤ ਲੈਂਦੇ, 10 ਰੁਪਏ ਪਰਚੀ ਲੈਂਦੇ ਆ, ਦਵਾਈਆਂ ਮੁਫਤ ਦਿੰਦੇ ਆ ਉਹਨਾਂ ਨੂੰ, ਜਿਹੜਾ ਵੀ ਆਵੇ, ਤੇ ਦਵਾਈਆਂ ਵੀ 3-4 ਦਿਨ ਦੀਆਂ ਦਿੰਦੇ ਆ। ਜਿਹੜਾ ਕਿ ਆਮ ਡਾਕਟਰ ਜਿਹੜਾ ਹੈ ਉਹ 100-150 ਲੈ ਲੈਂਦਾ, ਹਰੇਕ ਤੋਂ ਰੁਪਈਆ ਲੈ ਲੈਂਦਾ। ਅਸੀਂ ਤਾਂ ਸੇਵਾ ਹੀ ਕਰਦੇ, ਠੀਕ ਹੈ, ਵਧੀਆ ਚੱਲੀ ਜਾਂਦਾ। ਗੁਰੂ ਦੁਆਰੇ ਹਰ ਕੀਰਤਨ ਸੁਣੀਏ, ਸਤਿਗੁਰ ਬੈਠ ਹਰ ਜਸ ਮੁਖ ਬਣੀਏ, ਕਲ ਕਲੇਸ ਮਿਟਾਏ ਸਤਿਗੁਰ, ਹਰ ਦਰਗੇ ਦੇਵੇ ਮਾਨਾ ਹੈ। ਕਹਿੰਦੇ ਹਨ ਰੱਬ ਹਰ ਥਾਈਂ ਵਸਦਾ, ਪਰ ਜਿੱਥੇ ਲੋਕ ਹੋਣ, ਸੇਵਾ ਹੋਵੇ, ਸੱਚੀ ਨੀਅਤ ਹੋਵੇ, ਉੱਥੇ ਤਾਂ ਵੈਸੇ ਵੀ ਰੱਬ ਦਾ ਵਾਸ ਹੁੰਦਾ। ਪਰ ਇਸ ਦਰ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਪਿੰਡ ਦੇ ਗੁਰਦੁਆਰਾ ਸਾਹਿਬ, ਜਿੱਥੇ ਇਤਿਹਾਸ ਨਾਲ ਜਾਣੂ ਹੋਏ। ਇੱਥੇ ਦਾ ਇਤਿਹਾਸ ਕੁਝ ਸੰਤਾਂ ਦੇ ਨਾਲ ਜੁੜਿਆ ਹੋਇਆ ਹੈ। ਪਿੰਡ ਦੀ ਸੈਰ ਕਰਦੇ ਕਰਦੇ ਜਦ ਅਸੀਂ ਪਿੰਡ ਦੇ ਗੁਰਦੁਆਰਾ ਸਾਹਿਬ ਪਹੁੰਚੇ, ਗੁਰਦੁਆਰਾ ਸਾਹਿਬ ਗੁਰੂ ਘਰ ਜਿੱਥੋਂ ਦਿਨ ਦੀ ਸ਼ੁਰੂਆਤ ਹੁੰਦੀ ਹੈ। ਸ਼ਹਿਰਾਂ ਦੇ ਵਿੱਚ ਵੀ ਗੁਰਦੁਆਰਾ ਸਾਹਿਬ ਨੇ, ਪਰ ਹੁਣ ਉਹ ਮਾਹੌਲ ਵੇਖਣ ਨੂੰ ਨਹੀਂ ਮਿਲਦਾ ਜੋ ਪਿੰਡਾਂ ਦੇ ਗੁਰੂ ਘਰਾਂ ਵਿੱਚ ਵੇਖਣ ਨੂੰ ਮਿਲਦਾ ਹੈ। ਸਵੇਰੇ ਸਵੇਰੇ ਲਾਊਡ ਸਪੀਕਰ 'ਤੇ ਜਦੋਂ ਗ੍ਰੰਥੀ ਸਿੰਘ ਪਹਿਲੀ ਫਤਿਹ ਬੁਲਾਉਂਦੇ ਹਨ ਤਾਂ ਹਰ ਘਰ ਵਿੱਚ ਪਿੰਡ ਦੇ ਕੋਨੇ-ਕੋਨੇ ਵਿੱਚ ਆਵਾਜ਼ ਪੁੱਜਦੀ ਹੈ, ਗੁਰੂ ਘਰ, ਗੁਰਦੁਆਰਾ ਸਾਹਿਬ, ਪਿੰਡ ਮੰਡੇਰ ਦਾ ਗੁਰਦੁਆਰਾ, ਉਹ ਦਰ, ਉਹ ਘਰ ਜਿੱਥੇ ਰੱਬ ਵਸਦਾ, ਜਿੱਥੇ ਸਕੂਨ ਮਿਲਦਾ, ਜਿੱਥੇ ਰੱਬ ਦੀ ਬਾਣੀ ਪੜ੍ਹਨ ਨਾਲ ਹਰ ਦੁੱਖ ਦਰਦ ਚਿੰਤਾਵਾਂ ਦੂਰ ਹੋ ਜਾਂਦੀਆਂ ਹਨ। ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ। ਤੇ ਬਚਪਨ 'ਚ ਆਪਣੇ ਘਰ ਤੋਂ ਲੈ ਕੇ ਨੇੜੇ ਤੇੜੇ ਜਿੰਨੇ ਪਰਿਵਾਰ ਦੇ ਹਾਣੀਆਂ ਦੇ ਘਰ ਸੀਗੇ, ਮੀਨਸ ਘਰ ਆਪਣਾ ਸਮਾਂ ਜ਼ਿਆਦਾ ਬਤੀਤ ਕਰਦੇ ਸੀ ਆਪਣੇ ਹਾਣੀਆਂ ਦੇ ਘਰ ਜਾਂ ਰਿਸ਼ਤੇਦਾਰਾਂ ਦੇ ਘਰ, ਪਰਿਵਾਰਾਂ ਦੇ ਘਰ? ਕਿਤੇ ਜ਼ਿਆਦਾ ਸਮਾਂ ਬਤੀਤ ਕਰਦੇ ਸੀ? ਆਪਣੇ ਦੋਸਤਾਂ ਦੇ ਨਾਲ। ਦੋਸਤਾਂ ਦੇ ਨਾਲ? ਤਾਏ ਚਾਚੇ ਰਲ ਮਿਲ ਵਿਹੜੇ ਵਿੱਚ ਬਹਿੰਦੇ ਸੀ, ਬੜਾ ਹੀ ਪਿਆਰ ਸੀ ਤੇ ਸਾਰੇ ਇਕੱਠੇ ਰਹਿੰਦੇ ਸੀ। ਉਦੋਂ ਵੇਲੇ ਘਰ ਦਾ ਚੁਬਾਰਾ ਯਾਦ ਆਉਂਦਾ ਹੈ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਹੈ। ਭਾਵੇਂ ਘਰ, ਪਰਿਵਾਰ, ਪਿੰਡ, ਖੇਤ ਤੋਂ ਜਿੰਨਾ ਮਰਜ਼ੀ ਦੂਰ ਚਲੇ ਜਾਓ, ਪਰ ਪਿੰਡ ਦੇ ਨਾਲ, ਪਰਿਵਾਰ ਦੇ ਨਾਲ, ਰਿਸ਼ਤੇਦਾਰਾਂ ਦੇ ਨਾਲ, ਉਹਨਾਂ ਮਿੱਠੇ ਰਿਸ਼ਤਿਆਂ ਦੇ ਨਾਲ ਉਹ ਨਾਤਾ, ਉਹ ਆਪਣਾਪਣ ਉੱਦਾਂ ਹੀ ਰਹਿੰਦਾ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਪਹੁੰਚ ਗਏ ਰਜਿੰਦਰ ਸਿੰਘ ਜੀ ਦੇ ਨਾਲ ਉਹਨਾਂ ਦੇ ਦੂਜੇ ਘਰ, ਜੋ ਹੈ ਤਾਂ ਆਪਣਾ ਨਹੀਂ ਪਰ ਫਿਰ ਵੀ ਆਪਣਾ ਹੀ ਹੈ, ਕਿਉਂਕਿ ਉਸ ਘਰ ਵਿੱਚ ਭੈਣ ਭਰਾਵਾਂ ਦੇ ਨਾਲ ਬਚਪਨ ਬੀਤਿਆ। ਬਚਪਨ ਦੀਆਂ ਉਹ ਯਾਦਾਂ ਹਨ ਜੋ ਅੱਜ ਵੀ ਚਿਹਰੇ 'ਤੇ ਰੰਗ ਅਤੇ ਰੌਣਕ ਲਿਆ ਦਿੰਦੀਆਂ ਹਨ। ਹੁਣ ਅਸੀਂ ਜਿੱਥੇ ਆਏ ਹਾਂ, ਕਿਹਨਾਂ ਦਾ ਘਰ ਹੈ? ਇਹ ਸਾਡੇ ਚਾਚਾ ਪਿਆਰਾ ਸਿੰਘ ਜੀ ਸੀ, ਉਹਨਾਂ ਦਾ ਘਰ। ਉਹਨਾਂ ਦਾ ਘਰ 25 ਸਾਲ ਸਰਪੰਚ ਰਹੇ ਤੇ। ਅੱਛਾ। 25 ਸਾਲ ਉਹ ਜਾਂਦੇ ਵੀ ਨਾ ਸੀ,
ਲੋਕੀ ਚੁਣ ਲੈਂਦੇ ਫਿਰ ਉਹਨਾਂ ਨੂੰ ਉਦਾਂ ਜਾ ਕੇ ਤੁਸੀਂ ਸਰਪੰਚ। ਫਿਰ ਉਹ ਅਫਰੀਕਾ ਇੰਗਲੈਂਡ ਚਲੇ ਗਏ ਨਾ, ਕੈਨੇਡਾ ਚਲੇ ਗਏ ਸੀ। ਉੱਥੇ ਉਹਨਾਂ ਦੀ ਫਿਰ ਪੂਰੇ ਹੋ ਗਏ। ਉਹਦਾ ਲੜਕਾ ਜਸਵੰਤ ਸਾਡਾ ਭਰਾ। ਇਸ ਘਰ ਨਾਲ ਕਿੰਨੀਆਂ ਕੀ ਯਾਦਾਂ ਜੁੜੀਆਂ ਹੋਈਆਂ? ਬਹੁਤ ਪਹਿਲਾਂ 1951 ਚ ਬਣੇ ਸੀ। ਅੱਛਾ। ਫਿਰ ਸਾਡਾ ਉਹ ਘਰ ਸਾਡਾ ਬਣਿਆ ਸੀ 1953 ਚ। ਕੋਈ ਖਾਸ ਯਾਦ ਜਿਹੜੀ ਚੇਤੇ ਆਉਂਦੀ ਹੋਵੇ ਇਸ ਘਰ ਦੇ ਨਾਲ ਜੁੜੀ, ਜਿਹਨੂੰ ਸੋਚ ਕੇ ਹਾਸਾ ਵੀ ਆਉਂਦਾ ਹੋਵੇ? ਹਾਸਾ ਸਾਡੀ ਭੂਆ ਹੁੰਦੀ ਸੀ। ਅੱਛਾ। ਸਾਡੇ ਪਾਪਾ ਜੀ ਦੀ ਭੂਆ, ਅੱਛਾ ਜੀ। ਉਹਦਾ ਨਾਮ ਸ਼ਾਂਤੀ ਸੀ। ਅੱਛਾ ਜੀ। ਉਹ ਇੰਨਾ ਪਿਆਰ ਕਰਦੀ ਸੀ ਦੋਹਾਂ ਪਰਿਵਾਰਾਂ ਨੂੰ, ਅੱਛਾ ਜੀ। ਸਾਨੂੰ ਤੇ ਇਹਨਾਂ ਨੂੰ। ਹੂੰ। ਤੇ ਉਹਨਾਂ ਨੇ ਜੇ ਇੱਥੋਂ ਇਹ ਨਿਆਣੇ ਕੋਈ ਚੀਜ਼ ਖਾਣ ਲੱਗੇ, ਸਾਡੇ ਚਾਚਾ ਜੀ ਲੜਕੇ ਹੂੰ। ਜਾਂ ਘਰ ਕੋਈ ਚੀਜ਼ ਲਿਆਂਦੀ ਆ, ਅੰਬ ਲਿਆਂਦੇ ਆ, ਕੇਲੇ ਲਿਆਂਦੇ ਆ, ਹੂੰ। ਸੰਗਤਰੇ ਲਿਆਂਦੇ ਆ, ਹੂੰ। ਸਭ ਤੋਂ ਪਿਆਰੀ ਗੱਲ ਇਹ ਸੀ ਕਿ ਉਹ ਇਹਦੇ ਮਲਕ ਨਹੀਂ ਲੁਕੋ ਕੇ ਇੱਥੇ ਸਾਡੇ ਕੋਲ ਆਉਂਦੀ ਸੀ ਉੱਧਰ। ਅੱਛਾ। ਉਹਨੇ ਉੱਥੇ ਲਿਜਾ ਕੇ ਫਿਰ ਸਾਨੂੰ ਉਹ ਕਹਿਣਾ ਚੁੱਪ ਕਰਕੇ ਪੁੱਤ ਖਾ ਲਓ ਤੁਸੀਂ। ਜੇ ਉੱਧਰ ਗਈ ਆ, ਉੱਧਰ ਜੇ ਕੋਈ ਖਾਂਦੀ ਆ, ਉਹਨੇ ਉਹ ਚੁੱਕ ਕੇ ਲੈ ਕੇ ਰੱਖ ਕੇ ਲੈ ਕੇ ਇਹਨਾਂ ਨੂੰ ਖੜਾ ਦੇਣਾ। ਇੱਦਾਂ ਸੀ ਸਾਡਾ। ਇੱਕ ਮਾਂ ਵਾਲਾ ਪਿਆਰ ਪੂਰਾ। ਮਾਂ ਹਾਂਜੀ, ਦਾਦੀ ਮਾਂ ਦਾ ਪਿਆਰ। ਇਹ ਹੁਣੇ ਜਿੱਦਾਂ ਬਾਗਬਾਨੀ ਲੱਗ ਰਹੀ ਹੈ, ਨਜ਼ਰ ਆ ਰਹੀ ਹੈ, ਇਹ ਬਾਗਬਾਨੀ ਉਸ ਵੇਲੇ ਵੀ ਏਦਾਂ ਹੀ ਹੁੰਦੀ ਸੀ? ਨਹੀਂ ਇਹ ਬਾਅਦ ਚ ਇਹਦੇ ਸਾਰਾ ਉਹ ਚਾਚਾ ਜੀ ਲੜਕਾ ਜਾਂ ਸਤਵੰਤ ਆ, ਉਹਦਾ ਹੀ ਹੈ ਸਾਰਾ। ਅੱਛਾ। ਉਹੀ ਕਰਦਾ ਸਭ ਕੁਝ। ਅੱਛਾ। ਆਹ ਅਮਰੂਦਾਂ ਦਾ ਤੇ ਇਹ ਏਰੀਆ ਉਦਾਂ ਹੀ ਹੁੰਦਾ ਸੀ? ਨਹੀਂ ਇਹ ਬਾਅਦ ਚ ਬਣਿਆ ਇਹ ਸਾਰਾ ਬਾਅਦ ਚ? ਇਹਦੇ ਵਿੱਚ ਬਾਅਦ ਹੀ ਹੂੰ। ਇੱਧਰ ਹੁੰਦਾ ਸੀ, ਖੇਤ ਹੁੰਦੇ ਸੀ ਅੱਛਾ। ਪਿੱਛੇ, ਫਿਰ ਬਾਅਦ ਚ ਨਾਲ ਰਲਾ ਕੇ ਨਾ ਅੱਛਾ। ਸਾਰਾ ਇੱਧਰ ਜਿੰਨਾ ਲਿਆ ਕੇ ਸਾਰਾ ਬਣਾਇਆ। ਹੂੰ। ਇਹ ਵੀ ਅਮਰੀਕਾ 'ਚ ਰਹਿੰਦੇ ਆ। ਅੱਛਾ ਜੀ। ਕੈਰੋਲਿਨਾ ਸਟੇਟ 'ਚ। ਅੱਛਾ ਜੀ। ਉੱਥੋਂ ਵੀ ਆ ਜਾਂਦੇ ਆ ਸਾਲ ਬਾਅਦ। ਹੁਣ ਪਿਛਲੇ ਸਤੰਬਰ 'ਚ ਆਇਆ ਸੀ। ਅੱਛਾ ਜੀ। ਮੈਂ ਜੁਲਾਈ 'ਚ ਚਲੇ ਗਿਆ ਸੀ, ਸਤੰਬਰ 'ਚ ਆਇਆ ਸੀ। ਜਦ ਇੱਥੇ ਆ ਹੁਣ ਜੁਲਾਈ ਅਗਸਤ 'ਚ ਬਣ ਜਾਊਗਾ ਮੁੜ ਕੇ। ਅੱਛਾ ਜੀ। ਤੇ ਲੜਕੇ ਵੀ ਉੱਥੇ ਹੀ ਆ, ਲੜਕੀ ਵੀ ਉੱਥੇ ਹੀ ਆ। ਉੱਥੇ ਕਿੰਨੇ ਕੁ ਚਿਰਾਂ ਬਾਅਦ, ਕਿੰਨੇ ਕੁ ਸਮੇਂ ਬਾਅਦ ਪਰਿਵਾਰ ਰਿਸ਼ਤੇਦਾਰ ਇਕੱਠੇ ਹੋ ਜਾਂਦੇ ਨੇ? ਉਹ ਬਸ ਦਿਨ ਸੋਤੇ ਇਕੱਠੇ ਹੁੰਦੇ, ਉੱਦਾਂ ਤਾਂ ਨਹੀਂ। ਜਦੋਂ ਕੋਈ ਹੁੰਦਾ ਵਿਆਹ ਹੁੰਦਾ ਜਾਂ ਕੋਈ ਖਾਣ ਪੀਣ ਕਰਾ ਲਿਆ ਜਾਂ ਇੱਦਾਂ ਤੇ ਇਕੱਠੇ ਹੋ ਜਾਂਦੇ ਸਾਰੇ। ਕਿਉਂਕਿ ਪਹਿਲਾਂ ਦਾ ਸਮਾਂ ਉਹ ਹੁੰਦਾ ਸੀਗਾ ਕਿ ਸਾਰੇ ਪਰਿਵਾਰ ਇਕੱਠੇ ਹੁੰਦੇ ਸੀ, ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਸੀਗੇ, ਬਿਨ ਬੁਲਾਏ ਵੀ ਅਸੀਂ ਚਲੇ ਜਾਂਦੇ ਸੀ ਹਾਲ ਚਾਲ ਪੁੱਛਣ। ਹੁਣ ਤਾਂ ਉਡੀਕ ਕਰਦੇ ਆ ਕਿ ਕੋਈ ਨਿਯੋਤਾ ਦੇਵੇ, ਕੋਈ ਇਨਵੀਟੇਸ਼ਨ ਦਈਏ ਤਾਂ ਅਸੀਂ ਜਾਈਏ। ਇਨਵੀਟੇਸ਼ਨ ਨਹੀਂ, ਮੈਂ ਤਾਂ ਕਦੇ ਕੀਤਾ ਨਹੀਂ। ਆਪਾਂ ਜਾ ਕੇ ਕੁੰਡਾ ਖਾ ਦੇਈਦਾ ਤੇ ਉਹ ਵੀ ਇੱਦਾਂ ਹੀ ਸਕੇ, ਇੱਦਾਂ ਹੀ ਕਰੀਦੇ ਸਾਰੇ। ਕੋਈ ਖਾਸ ਨਹੀਂ ਹੈ ਉੱਦਾਂ। ਜੇ ਦਿਨ ਸੋਂ ਤਾਂ ਫਿਰ ਸਾਰਿਆਂ ਨੂੰ ਕਰਨਾ ਭੇਜਣਾ ਪੈਂਦਾ ਸੁਨੇਹਾ। ਤਾਂ ਠੀਕ ਸਾਰੇ ਆ ਜਾਂਦੇ ਆ। ਬਾਬਾ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਉਸ ਟਾਈਮ ਦੇ ਪਰਿਵਾਰਾਂ ਦੇ ਵਿੱਚ ਪਿਆਰ ਤੇ ਹੁਣ ਟਾਈਮ ਦੇ ਪਰਿਵਾਰਾਂ ਦੇ ਵਿੱਚ ਪਿਆਰ ਕਿੰਨਾ ਕੁ ਜ਼ਿਆਦਾ ਗੈਪ ਆ ਗਿਆ? ਕਿਉਂਕਿ ਜਨਰੇਸ਼ਨ ਗੈਪ ਤਾਂ ਬਹੁਤ ਜ਼ਿਆਦਾ ਹੈ, ਲੇਕਿਨ ਗੈਪ ਕਿੰਨਾ ਕੁ ਆ ਗਿਆ? ਬਹੁਤ ਜ਼ਿਆਦਾ। ਫਿੱਕ ਕਿੰਨਾ ਪੈ ਗਿਆ? ਬਹੁਤ ਜ਼ਿਆਦਾ। ਉਹ ਜਿਹੜੇ ਅੱਜ ਕੱਲ੍ਹ ਜਦ ਮੇਰੇ ਨਿਆਣਿਆਂ ਨੇ ਇਹਨੂੰ ਦੇਖਿਆ ਚੰਗੀ ਤਰ੍ਹਾਂ, ਇੱਕ ਅੱਧੀ ਵਾਰੀ ਗਏ ਹੋ ਉੱਥੇ ਮਿਲੇ ਹੋਵੇ, ਫਿਰ ਉਹਨਾਂ ਕਿੰਨਾ ਕੁ ਪਿਆਰ ਪੈਣਾ, ਇਹੀ ਚੱਲਦਾ ਪਿਆ। ਗੈਪ ਤਾਂ ਪੈਣਾ ਹੀ ਪੈਣਾ, ਉਹਦਾ ਨੈਚੁਰਲੀ ਹੈ। ਇਹਦੇ ਹਰੇਕ ਪਾਸੇ ਆ। ਸਾਡੇ ਇਕੱਲੇ ਪਰਿਵਾਰ 'ਚ ਨਹੀਂ, ਪਰ ਜਿੱਦਾਂ ਹੁਣ ਸਾਡੇ ਅਸੀਂ ਆ ਆਪਣੀ ਹੋਮ ਬੇਸ ਦੇ, ਅਸੀਂ ਅਗਲੇ ਨੂੰ ਪਿਆਰ ਬਹੁਤ ਕਰਦੇ ਹਾਂ। ਤੇ ਫਿਰ ਨਿਗਾਹਾਂ ਨਿਆਣੇ ਇਹਨਾਂ ਦੇ ਨਿਆਣੇ ਉੱਦਾਂ ਜਾਣਦੇ ਆ, ਪਰ ਇੰਨਾ ਮੇਲ ਮਿਲਾਪ ਨਹੀਂ ਹੈਗਾ। ਇਹ ਤਾਂ ਨੈਚੁਰਲੀ ਪੈਂਦਾ, ਜਿੱਦਾਂ ਕਿ ਤੁਸੀਂ ਜਾਓਗੇ ਆਓਗੇ ਫਿਰ ਹੀ ਪਿਆਰ ਪੈਂਦਾ। ਵਿੱਚ ਪਰਦੇਸਾਂ ਚਿੱਤੇ ਕਰ ਕਰ ਹੰਝੂ ਨੈਣੀ ਰੜਕਦਾ, ਮੈਨੂੰ ਅੱਜ ਵੀ ਇੱਕ ਟੋਆ ਯਾਦ ਹੈ ਪਿੰਡ ਨੂੰ ਜਾਂਦੀ ਸੜਕ ਦਾ। ਘਰ ਤੇ ਬਚਪਨ ਦੀਆਂ ਉਹ ਮਿੱਠੀਆਂ ਯਾਦਾਂ ਤਾਜ਼ਾ ਕਰਨ ਤੋਂ ਬਾਅਦ ਅਸੀਂ ਨਿਕਲ ਗਏ ਪਿੰਡ ਦੇ ਸਕੂਲ ਵੱਲ ਨੂੰ, ਉਹ ਜਿੱਥੇ ਸਰਦਾਰ ਰਜਿੰਦਰ ਸਿੰਘ ਜੀ ਨੇ ਕਿਸੇ ਵੇਲੇ ਆਪਣੇ ਘਰ ਦੇ ਔਖੇ ਹਾਲਾਤਾਂ ਵਿੱਚ ਗੁਜ਼ਾਰਾ ਕਰਦੇ ਹੋਏ ਨੰਗੇ ਪੈਰੀ ਵੀ ਜਾਇਆ ਕਰਦੇ ਸੀ। ਇਸ ਦੌਰਾਨ ਜਦ ਅਸੀਂ ਉਹਨਾਂ ਗਲੀਆਂ 'ਚੋਂ ਲੰਘੇ, ਸਰਦਾਰ ਰਜਿੰਦਰ ਸਿੰਘ ਜੀ ਨਾਲ ਬੇਸ਼ੱਕ ਪੈਦਲ ਨਹੀਂ ਪਰ ਕਾਰ 'ਤੇ ਉਹਨਾਂ ਨੇ ਉਹ ਮਿੱਠੀਆਂ ਯਾਦਾਂ ਦਾ ਜ਼ਿਕਰ ਜ਼ਰੂਰ ਕੀਤਾ।
ਅਸੀਂ ਹੁਣ ਕਿੱਧਰ ਨੂੰ ਚੱਲੇ ਆ? ਮੁਕੰਦਪੁਰ ਨੂੰ ਮੁਕੰਦਪੁਰ ਨੂੰ। ਉੱਥੇ ਕੀ ਹੈ? ਤੇ ਪੜ੍ਹਨ ਜਾਂਦੇ ਹੁੰਦੇ ਸੀਗੇ ਪੜਨ ਜਾਂਦੇ ਸੀਗੇ। ਤੇ ਯਾਨੀ ਕਿ ਜ਼ਿੰਦਗੀ ਦਾ ਜਿਹੜਾ ਸਭ ਤੋਂ ਖੂਬਸੂਰਤ ਸਮਾਂ ਬਤੀਤ ਕੀਤਾ ਉਹ ਮੁਕੰਦਪੁਰ ਕੀਤਾ ਹੈ। ਹਾਂ ਜੀ, ਬਹੁਤ ਕਦਰ ਸੀਗੀ ਉੱਥੇ। ਤੇ ਮੰਡੇਰ ਤੋਂ ਮੁਕੰਦਪੁਰ ਕਿੰਨੀ ਦੇਰ ਦਾ ਰਾਹ? 2 ਮੀਲ ਦਾ ਹੋਊਗਾ। 2 ਮੀਲ 2 ਮੀਲ ਦਾ। ਇੱਥੋਂ ਕਿਵੇਂ ਜਾਂਦੇ ਸੀਗੇ ਆਪਣੇ ਘਰ ਤੋਂ ਲੈ ਕੇ ਮੁਕੰਦਪੁਰ ਤੱਕ? ਇੱਥੋਂ ਪੈਦਲ ਜਾਂਦੇ ਸੀ, ਸਾਈਕਲ ਤੇ ਜਾਂਦੇ ਸੀ? ਚਾਹੀਏ ਇਹ ਆ ਫਿਰ ਛੋਟੇ ਛੋਟੇ ਹੁੰਦੇ ਸੀ ਪੈਦਲ ਜਾਂਦੇ ਸੀ। ਹਾਂ ਹਾਂ। ਨਾ ਪੈਰਾਂ 'ਚ ਬੂਟ ਛੂ ਹੁੰਦੇ ਸੀ ਨਾ ਬਾਸ ਅੱਛਾ ਕੰਡੇ ਲੱਗਦੇ ਹੁੰਦੇ ਸੀ। ਅੱਛਾ ਤੇ ਨੱਠ ਕੇ ਘਾਹ ਤੇ ਜਾਣਾ ਜਦੋਂ ਧੁੱਪ ਹੁੰਦੀ ਸੀਗੀ ਅੱਛਾ ਫਿਰ ਪੈਰ ਠੰਡੇ ਰਹਿਣ। ਅੱਛਾ। ਅਸਲੀ ਤੇ ਇਹ ਐਵੇਂ ਗੱਪਾਂ ਮਾਰੀ ਜੋ ਮਰਜ਼ੀ ਕਰੀ ਜਾਈਏ। ਆਹ ਛੱਪੜ ਹੁੰਦਾ ਸੀ, ਅੱਛਾ ਜੀ। ਇਹਨੂੰ ਪੀਤਵਾਣਾ ਸੱਦੇ ਆ। ਅੱਛਾ ਜੀ। ਇੱਥੇ ਅਸੀਂ ਮਈਆਂ ਦੀ ਪੁੱਛਾਂ ਫੜ ਕੇ ਨਹਾਉਂਦੇ ਹੁੰਦੇ ਸੀ ਅੱਛਾ। ਬਚਪਨ 'ਚ। ਨਹਾ ਕੇ ਵੀ ਘਰ ਨੂੰ ਚਲੇ ਜਾਣਾ, ਮਈਆਂ ਲੈਣੀ 4 ਨਹੀਂ ਇੱਥੇ ਵੜ ਜਾਣਾ ਉਹਨਾਂ ਨੇ, ਮਗਰ ਮੈਂ ਘੁੰਮੀ ਜਾਣਾ। ਡੂੰਘਾ ਹੁੰਦਾ ਸੀ ਪਰ ਉਹ ਮੱਝਾਂ ਦੀ ਪੁੱਛਾਂ ਫੜ ਕੇ ਮਗਰ ਘੁੰਮਦੇ ਰਹਿੰਦੇ ਸੀ। ਤੇ ਅਸੀਂ ਅੱਜ ਤੁਸੀਂ ਜਿੱਥੇ ਹੁਣ ਪੈਦਲ ਤੁਰੇ ਜਨ ਸੜਕਾਂ ਤੇ ਘਰ ਤੋਂ ਲੈ ਕੇ ਮੁਕੰਦਪੁਰ ਨੂੰ, ਅੱਜ ਅਸੀਂ ਗੱਡੀ ਤੇ ਜਾ ਰਹੇ ਹਾਂ ਕਿਉਂਕਿ ਹੁਣ ਸਿਹਤ ਅਲਾਉ ਨਹੀਂ ਕਰਦੀ, ਸੋ ਇਸ ਕਰਕੇ ਅਸੀਂ ਗੱਡੀ ਤੇ ਸਫ਼ਰ ਕਰ ਰਹੇ ਹਾਂ। ਗਲੀਆਂ ਦੀ ਜਦ ਨਾ ਆਉਂਦੀ ਹੈ, ਪਿੰਡ ਦੀਆਂ ਗਲੀਆਂ ਦੀ, ਤੇ ਗਲੀਆਂ ਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਹੈ ਨਾ। ਤੇ ਜਦ ਸਕੂਲ ਜਾਣ ਵਾਸਤੇ ਜਿਹੜੀਆਂ ਸਕੂਲ ਦੇ ਰਾਹ ਨੂੰ ਗਲੀਆਂ ਜਾਂਦੀਆਂ ਉਹਨਾਂ ਦੇ ਨਾਲ ਤਾਂ ਯਾਦਾਂ ਹੀ ਅੱਡ ਹੁੰਦੀਆਂ ਨੇ। ਤੁਸੀਂ ਜ਼ਿਕਰ ਵੀ ਕੀਤਾ ਕੁਝ, ਜਦ ਹਾਣੀਆਂ ਦੇ ਨਾਲ ਇਨ ਗਲੀਆਂ ਦੇ ਵਿੱਚ ਤੁਰਦੇ ਹੁੰਦੇ ਸੀ ਤਾਂ ਕਿਸ ਤਰੀਕੇ ਦੀਆਂ ਸ਼ਰਾਰਤਾਂ ਕਰਦੇ ਕਰਦੇ ਸਕੂਲ ਪਹੁੰਚਦੇ ਹੁੰਦੇ ਸੀ। ਬਹੁਤ ਕਰਦੇ ਸੀ, ਇੱਕ ਦੂਜੇ ਨੂੰ ਛੇੜਦੇ ਰਹਿੰਦੇ ਸੀ। ਗੱਲਾਂ ਬਾਤਾਂ ਕਰੀ ਜਾਣੀਆਂ, ਛੇੜਨਾ, ਇੱਕ ਦੂਜੇ ਸ਼ਿਕਾਇਤਾਂ ਕਰੀ ਜਾਣੀਆਂ, ਮੈਨੂੰ ਇਹ ਆਹ ਕਿਹਾ, ਮੈਨੂੰ ਆਹ ਕਿਹਾ। ਸ਼ਿਕਾਇਤਾਂ ਕਿਹਦੀਆਂ? ਹਾਂਜੀ ਉਦਾਂ ਹੀ ਐਵੇਂ ਹੀ ਆਪਣੇ ਆਪ ਦੋਸਤਾਂ ਦੇ ਲੜੀ ਜਾਣਾ ਇੱਕ ਦੂਜੇ ਨਾਲ। ਬਸ ਚੱਲੀ ਜਾਣਾ। ਚੇਤੇ ਆਉਂਦੇ ਖੇਤ ਗੰਡੇ ਹਲ ਖੂਹ ਅੱਜ ਵੀ, ਆ ਜਾ ਮੈਨੂੰ ਵਾਜਾ ਮਾਰੇ ਪਿੰਡ ਦੀਜੂ ਅੱਜ ਵੀ। ਇਹ ਸਾਡੇ ਸਾਰੇ ਡੈਡੀ ਦੇ ਬਣੇ ਹੋਏ ਸਾਰਾ ਸਮਾਨ ਜਿਹੜਾ ਵੀ ਅੱਛਾ ਜੀ ਉਹਨੇ ਬਣਾਇਆ। ਅੱਛਾ ਜੀ। ਦੇਖੋ ਕੀ ਹਾਲ ਆ। ਇੱਧਰ ਦੇਖੋ ਕੋਈ ਕਲੀਨ ਕਲੂਨ ਤਾਂ ਹੈ ਨਹੀਂ ਕੁਝ ਵੀ, ਕਿਉਂਕਿ ਕੋਈ ਲੁੱਕ ਆਊਟ ਨਹੀਂ ਕਰਦਾ, ਸਿਰਫ ਜਿਹਦਾ ਬਗਾਨੀ ਚੀਜ਼ ਹੱਥ ਆ ਜਾਂਦੀ ਉੱਦਾਂ ਹੀ। ਤੇ ਇੱਥੇ ਖੂਹ ਹੁੰਦਾ ਸੀ? ਇੱਥੇ ਖੂਹ ਨਹੀਂ ਸੀ, ਇੱਥੇ ਕੀ ਖੂਹ ਹੁੰਦਾ ਸੀ। ਅੱਛਾ। ਇੱਥੇ ਖੂਹ ਹੁੰਦਾ ਸੀ, ਉਹਦਾ ਪੂਰਦਾ ਸੀ, ਬਹੁਤ ਚਿਰ ਹੋ ਗਿਆ। ਅੱਛਾ। ਫੇਰ ਟਿਊਬਵੈੱਲ ਚੱਲਦੇ ਹੁਣ, ਇੱਕ ਇੱਧਰ ਮੋਟਰ ਲੱਗੀ ਹੋਈ ਆ, ਉੱਧਰ ਸਾਡੇ ਜਿਹੜੇ ਆਪਾਂ ਗਏ ਸੀ ਸਤਵੰਤ ਉਹਨਾਂ ਦੀ ਮੋਟਰ ਪਰਲੇ ਪਾਸੇ ਲੱਗੀ ਹੋਈ, ਇੱਕ ਉਹਨਾਂ ਦੀ ਹੋਰ ਲੱਗੀ ਹੋਈ ਆ, ਇੱਧਰ 3-4 ਮੋਟਰਾਂ ਲੱਗੀਆਂ ਆਪਣੀ। 40 ਖੇਤ ਸੀਗੇ ਬਜ਼ੁਰਗਾਂ ਦੇ ਬਣਾਏ ਹੋਏ। ਅੱਛਾ। ਤੇ ਆਪ ਵੀ ਇੱਥੇ ਆ ਕੇ ਖੇਤੀ ਕਰਦੇ ਸੀਗੇ? ਬਹੁਤ ਕੀਤੀ ਢੇਰ ਚੁੱਕਦੇ ਹੁੰਦੇ ਸੀ ਲੋਕ ਆਪਣੇ ਜਿਹੜੇ ਲੱਗੇ ਹੁੰਦੇ ਸਾਡੇ ਨਾਲ ਬੰਦੇ, ਉਹਨਾਂ ਦੇ ਨਾਲ ਜਾ ਕੇ ਢੇਰਾਂ ਵਿੱਚ ਜਾ ਕੇ ਅਸੀਂ ਮੁਕੰਦਪੁਰੋਂ ਢੇਰ ਲਿਆਉਂਦੇ ਸੀ, ਭਰ ਕੇ ਉਹਨਾਂ ਨੇ ਸਿਰਾਂ 'ਚ ਰੱਖਣੇ ਆ, ਉਹ ਚੁਕਾਉਂਦੇ ਰਹੇ, ਸਾਰਾ ਕੰਮ ਕਰਦੇ ਰਹੇ। ਉਹਨੂੰ ਸਮਾਂ ਯਾਦ ਆਉਂਦਾ? ਬਹੁਤ ਜ਼ਿਆਦਾ ਚੇਤੇ ਆਉਂਦਾ? ਹਾਂ ਜੀ, ਉਦੋਂ ਬਹੁਤ ਜ਼ਿਆਦਾ ਰਾਤ ਨੂੰ ਇੱਥੇ ਸੌਂਦੇ ਹੁੰਦੇ ਸੀ। ਅੱਛਾ। ਹਰ ਧਰਮੀ ਉਹ ਸਾਡੇ ਨਾਲ ਰਿਹਾ ਕਾਫੀ ਚਿਰ, ਤੇ ਉਹਨੇ ਕਹਿਣਾ ਰਾਤ ਨੂੰ ਕਹਿਣਾ ਖਰਬੂਜੇ ਖਾਣੇ ਆ। ਅੱਛਾ। ਉਹ ਕਹਿੰਦਾ ਹਾਂ ਲਿਆ ਵੀ ਸੀਬੇ ਅੱਜ ਲਿਆ। ਹੁਣ ਨੱਠ ਜਾਣ ਜਾ ਕੇ ਦੇਖਣਾ ਕੋਈ ਬੜਾ ਹੈਗਾ, ਉੱਥੇ ਪੱਕੇ ਖਰਬੂਜੇ ਲਿਆਉਣੇ, ਫਿਰ ਕੀ ਬਾਤ ਹੈ, ਤੋੜ ਲਿਆਉਣੇ। ਕਈ ਵਾਰੀ ਫੜ ਵੀ ਹੋ ਜਾਣਾ। ਅੱਛਾ। ਜੇ ਕਹਿਣਾ ਸਾਡੇ ਕੋਲ ਖਰਬੂਜੇ ਤੋੜ ਕੇ ਲੈ ਗਏ। ਦੋਸਤ ਗਏ ਤੇ ਪੋਲਟਰੀ ਫਾਰਮ ਵੀ ਖੋਲ੍ਹਿਆ ਸੀ, ਹੁਣ ਤਾਂ ਉਹ ਗਿਆ ਬੱਚਾ। ਅੱਛਾ। ਮੈਂ ਪੋਲਟਰੀ ਫਾਰਮ ਦਾ ਵੀ ਚਲਾਉਂਦਾ ਰਿਹਾ। ਤੇ ਫਿਰ ਬਸ ਤੇ ਸਾਡਾ ਡੈਡੀ ਜਿਹੜਾ ਹੁੰਦਾ ਸੀ, ਮੁਕੰਦਪੁਰ ਸਾਡੀਆਂ ਦੁਕਾਨਾਂ ਹੁੰਦੀਆਂ ਸੀ 2। ਅਸੀਂ ਜਦੋਂ ਦੁਕਾਨਾਂ ਨੂੰ ਆਉਣਾ ਨਾ 64 ਤੋਂ ਲਾ ਕੇ 72 ਤੇ ਮੈਂ ਦੁਕਾਨਾਂ ਕਰਦੇ ਰਹੇ ਸਾਈਕਲਾਂ ਦੀਆਂ। ਤੇ ਅਸੀਂ ਜਦੋਂ ਆਉਣਾ ਨਾ, ਜਦੋਂ ਸੂਰਜ ਮਿਟਣ ਵਾਲਾ ਹੋਣਾ, ਤਾਂ ਡੈਡੀ ਉਹ ਪੌੜੀ ਦੇ ਉੱਪਰ ਖੜ ਜਾਂਦਾ ਸੀ ਜਾ ਕੇ, ਫਿਰ ਦੇਖਣਾ ਵੀ ਆ ਗਏ ਕਿ ਨਹੀਂ। ਜਦੋਂ ਆ ਗਿਆ ਤਾਂ ਫਿਰ ਉਹਨੂੰ ਥੱਲੇ ਉੱਤਰ ਕੇ ਕਹਿਣਾ ਵੀ ਆਉਂਦੇ ਆ, ਫਿਰ ਸਾਡੇ ਨਾਲ ਘਰ ਨੂੰ ਜਾਣਾ ਇੱਥੋਂ। ਅੱਛਾ। ਬਹੁਤ ਪਿਆਰ। ਉਹ ਬਚਪਨ ਦੀਆਂ ਯਾਦਾਂ ਬਹੁਤ ਖੂਬਸੂਰਤ ਸੀਗੀਆਂ। ਬਹੁਤ ਜ਼ਿਆਦਾ। ਹੁਣ ਦਿਲ ਕਰਦਾ ਹੈ ਬਸ ਮੂੰਹ 'ਚ ਲੱਗਦਾ ਕਾਸ਼ ਉਹ ਸਮਾਂ ਵਾਪਸ ਆ ਜਾਏ। ਨਹੀਂ ਹੁਣ ਕਿੱਥੇ ਹੋਣਾ। ਦੇਖੋ ਡੈਡੀ ਪੂਰੇ ਹੋ ਗਏ 7 ਫਰਵਰੀ ਨੂੰ। ਬਸ ਬਹੁਤ ਸਟਰੋਂਗ ਸੀ, ਫੀਲਿੰਗ ਬਹੁਤ ਸਟਰੋਂਗ ਸੀ, ਬਹੁਤ ਚੰਗੇ ਸੀ। ਠੀਕ ਆ, ਜਾਣਾ ਤਾਂ ਹੈਗਾ ਇੱਕ ਦਿਨ।
ਕੋਈ ਖਾਸ ਡਾਂਟ ਕੋਈ ਯਾਦ ਹੈ ਜਾਂ ਉਹਨਾਂ ਦੇ ਨਾਲ ਕੋਈ ਖਾਸ ਪਲ ਯਾਦ ਹੈ ਕਿ ਜਦੋਂ ਉਹਨਾਂ ਨੇ ਬਹੁਤ ਡਾਂਟਿਆ ਹੋਵੇ, ਜਿਸ ਬਹੁਤ- ਗੱਲ ਤੋਂ ਬਹੁਤ ਡਾਂਟ ਪਈ ਹੋਵੇ? ਇੱਕ ਵਾਰੀ ਦੀ ਗੱਲ ਆ, ਮੈਂ ਛੋਟਾ ਜਿਹਾ ਸੀ, ਹੂੰ ਉਹ 5-6 ਸਾਲ ਦਾ। ਹੂੰ ਮੈਂ ਸਕੂਲੇ ਜਾਣਾ ਸੀ, ਗਿਆ ਸੀ ਨਾ, ਹੂੰ ਮੈਂ ਬਾੜਨਾ ਸੀ ਪਾਇਓ, ਅੱਛਾ ਬਾੜਨਾ ਸੀ ਪਾਇਓ। ਮਾਸਟਰ ਜਿਹੜਾ ਬਲਰਾਜ ਸੀ ਸਾਡਾ, ਹੂੰ ਡੈਡੀ ਦਾ ਬਹੁਤ ਦੋਸਤ ਸੀ, ਉਹਨੇ ਅੱਛਾ। ਦੁਕਾਨ ਸਾਹਮਣੇ ਹੁੰਦੀ ਸੀ, ਅੱਛਾ ਤੇ ਉਹ ਮੈਨੂੰ ਫੜ ਕੇ ਬਾਲਾਂ ਤੋਂ ਫੜ ਕੇ ਲੈ ਗਿਆ। ਅੱਛਾ ਬਾਲਾਂ ਫੜ ਕੇ ਲਿਜਾ ਕੇ ਕਹਿੰਦਾ, ਦੇਖ ਤੇਰੇ ਮੁੰਡੇ ਦੇ ਕੰਮ ਆ, ਇਹਦੇ ਬਾਲ ਵਾਹ ਕੇ ਕਰ ਲਿਆ ਸਕੂਲੇ ਇਹਨੂੰ। ਹੁਣ ਮੈਂ ਉੱਥੋਂ ਫੜਿਆ, ਸਾਈਕਲ ਦੇ ਪਿੱਛੇ ਲਾਇਆ, ਘਰ ਚਲੇ ਗਏ। ਉਦੋਂ ਆਹ ਰੋਡ ਨਾ ਸੀ ਹੁੰਦੀ, ਹੂੰ ਉਹ ਪਰੇ ਦੀ ਰੋਡ ਹੁੰਦੀ ਸੀ, ਹੂੰ ਉਹ ਮਤਲਬ ਪੁਰਾਣਾ ਰਾਹ ਹੁੰਦਾ ਸੀ। ਹੂੰ ਆਹ ਤਾਂ ਸਾਡੀ ਜ਼ਮੀਨ ਲੈਣ ਤੋਂ ਬਾਅਦ ਬਣਿਆ ਨਾ, 55 'ਚ ਬਣਿਆ। ਤੇ ਉਹ ਲਿਜਾ ਕੇ ਘਰ ਮੈਨੂੰ ਮੇਰੀ ਬੀਬੀ ਨੂੰ ਬੜਾ ਗੁੱਸੇ ਹੋਏ ਕਿ ਤੁਸੀਂ ਕੀ ਕੀਤਾ, ਇਹਦੇ ਬਾਲ ਵੀ ਨਹੀਂ ਬਾਲ ਸਕਦੀਆਂ, ਉਹਨਾਂ ਨੂੰ ਬਾਲ ਪੈਂਦੇ। ਤੇ ਫਿਰ ਉਹ ਬਾਲ ਵਹਾ ਕੇ ਤੇ ਫਿਰ ਮੈਨੂੰ ਫੇਰ ਲੈ ਕੇ ਗਿਆ। ਫਿਰ ਟੀਚਰ ਉਹ ਜਿਹੜਾ ਬਲਰਾਜ ਸਿੰਘ ਮਾਸਟਰ ਸੀ ਗੁਣਾ ਚੌਰ ਤੋਂ, ਉਹਨੇ ਕਹਿੰਦਾ ਠੀਕ ਆ, ਹੁਣ ਕਹਿੰਦਾ ਰੋਜ਼ ਬਾਲ ਵਹਾ ਕੇ ਹੁਣ ਇਹ ਯਾਦਾਂ ਨੇ ਹੈ ਨਾ, ਬਹੁਤ ਜ਼ਿਆਦਾ ਜਿਹੜੀਆਂ ਹਸਾਉਂਦੀਆਂ ਨੇ, ਅੱਜ ਦੇ ਸਮੇਂ 'ਚ ਵੀ ਚੇਤੇ ਆਉਂਦੀਆਂ ਤਾਂ ਹਸਾਉਂਦੀਆਂ। ਹਾਲੇ ਵੀ, ਹੁਣ ਵੀ ਜਦੋਂ ਪੂਰੇ ਵੀ ਹੋਏ ਫਿਰ ਵੀ ਮੈਂ ਗੱਲਾਂ ਕਰਦਾ ਸੀ। ਤੇ ਬਹੁਤ ਚੰਗੇ ਸੀ। ਜੰਨਤ ਨਾਲੋਂ ਸੋਹਣੀਆਂ ਮੇਰੇ ਪਿੰਡ ਦੀਆਂ ਗਲੀਆਂ, ਗਲੀਆਂ ਦੇ ਵਿੱਚ ਖੇਡ ਕੇ ਕੁਝ ਰਿਝਾਂ ਪਲੀਆਂ। ਹਾਣੀ ਮੇਰੇ ਹਾਣ ਦੇ ਹਮੇਰੇ ਦਿਲ ਦੇ ਜਾਨੀ, ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ। ਬਚਪਨ ਜਿੱਥੇ ਬੀਤਿਆ ਮੈਂ ਕਿਵੇਂ ਭੁਲਾਵਾਂ, ਆਪਣੇ ਸੁਰਗਾਂ ਵਰਗੇ ਪਿੰਡ ਤੋਂ ਮੈਂ ਸਦਕੇ ਜਾਵਾਂ। ਪਿੰਡ ਦੀ ਸੈਰ ਕਰਦੇ ਕਰਦੇ ਆਖਿਰਕਾਰ ਅਸੀਂ ਪਹੁੰਚ ਗਏ ਉਸ ਥਾਂ ਜਿੱਥੇ ਸਰਦਾਰ ਰਜਿੰਦਰ ਸਿੰਘ ਜੀ ਨੇ ਆਪਣੀ ਪੜ੍ਹਾਈ ਦੀ ਪਹਿਲੀ ਪੌੜੀ ਚੜ੍ਹੀ, ਜਿੱਥੇ ਦੀਆਂ ਹਾਸੀਆਂ ਖੇਡੀਆਂ ਸ਼ਰਾਰਤਾਂ ਦਾ ਜ਼ਿਕਰ ਕਰਦੇ ਹੋਏ ਉਹ ਅੱਜ ਵੀ ਉਸੇ ਤਰ੍ਹਾਂ ਹੱਸ ਪਏ। ਪਿੰਡ ਦੇ ਸਕੂਲ, ਹਾਲਾਂਕਿ ਸਕੂਲ ਦੇ ਅੰਦਰ ਜਾਣ ਦਾ ਸਬਬ ਨਹੀਂ ਬਣ ਪਾਇਆ, ਪਰ ਯਾਦਾਂ ਤਾਂ ਜ਼ਿਹਨ ਵਿੱਚ ਹੁੰਦੀਆਂ ਹਨ। ਸੋਚਦੇ ਜ਼ਿਕਰ ਬੇਸ਼ੱਕ ਅੰਦਰ ਕੀਤਾ ਜਾਵੇ ਜਾਂ ਬਾਹਰ, ਮਤਲਬ ਤਾਂ ਯਾਦਾਂ ਨੂੰ ਤਰੋ-ਤਾਜ਼ਾ ਕਰਨ ਨਾਲ ਹੀ ਹੈ। ਤੇ ਅਸੀਂ ਹੁਣ ਪਹੁੰਚ ਗਏ ਹਾਂ ਹਾਂਜੀ ਆਪਣੇ ਪਿੰਡ ਦੀ ਸੈਰ ਕਰਦੇ ਕਰਦੇ, ਮੈਨੂੰ ਲੱਗਦਾ ਆਖਰੀ ਪੜਾਅ ਤੇ, ਹਾਂਜੀ ਜਿੱਥੇ ਤੁਹਾਡੀਆਂ ਸਭ ਤੋਂ ਖੂਬਸੂਰਤ ਯਾਦਾਂ ਮੈਨੂੰ ਲੱਗਦਾ ਜੁੜੀਆਂ ਹੋਣਗੀਆਂ ਪਿੰਡ ਦੇ ਸਕੂਲ ਦੇ ਵਿੱਚ। ਹਾਂਜੀ ਮਕਾਨ ਤੁਸੀਂ ਰਾਜ ਦਾ ਦੱਸਿਆ ਕਿ ਕਿਸ ਤਰੀਕੇ ਤੁਸੀਂ ਸਕੂਲ ਆਉਂਦੇ ਸੀ, ਗਲੀਆਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਉਂਦੇ ਸੀ। ਹਾਂਜੀ ਇਸ ਸਕੂਲ ਦੇ ਨਾਲ ਆਪਣੀਆਂ ਯਾਦਾਂ ਨੂੰ ਇਸ ਤਰ੍ਹਾਂ ਤਾਜ਼ਾ ਕਰੋ ਤੇ ਸਾਡੇ ਨਾਲ ਵੀ ਸਾਂਝੀਆਂ ਕਰੋ। ਬਹੁਤ ਜ਼ਿਆਦਾ ਇਹਦੇ ਮਾਸਟਰ ਬਹੁਤ ਚੰਗੇ ਹੁੰਦੇ ਸੀ ਸਾਡੇ। ਤੇ ਜਿਹੜਾ ਹੈਡ ਮਾਸਟਰ ਹੁੰਦਾ ਸੀ, ਕਈ ਵਾਰੀ ਸਾਨੂੰ ਭੇਜ ਦੇਣਾ ਕਰਨ ਜਾ ਕੇ ਸਾਗ ਤੋੜ ਕੇ ਲਿਆਓ। ਅੱਛਾ ਤੇ ਸਾਗ ਤੋੜਨ ਚੱਲ ਜਾਣਾ ਸੀ, ਜਿੱਥੇ ਦੇਖਣਾ ਕੋਈ ਚੰਗਾ ਜਿਹਾ ਖੇਤ ਹੈਗਾ ਤੇ ਸਾਗ ਲੁੱਕ ਕੇ ਸਾਗ ਤੋੜ ਕੇ ਲਿਆਉਣਾ ਸੀ, ਦੇਣਾ। ਬਹੁਤ ਚੰਗੇ ਮਾਸਟਰ ਟੀਚਰ ਹੁੰਦੇ ਸਾਡੇ, ਬਹੁਤ ਪੜ੍ਹਾਉਂਦੇ ਹੁੰਦੇ ਸੀ। ਕੁੱਟ ਕੀ ਨਹੀਂ ਖਾਦੀ ਹੈ ਟੀਚਰਾਂ ਤੋਂ, ਮਾਸਟਰਾਂ ਤੋਂ ਕੁੱਟ ਕੀ ਨਹੀਂ ਖਾਦੀ ਸਕੂਲ ਦੇ ਵਿੱਚ? ਬਹੁਤ ਘੱਟ ਕੁੱਟਦੇ ਸੀ, ਬਹੁਤ ਕੁੱਟਦੇ ਸੀ ਬਹੁਤ ਘੱਟ, ਪਿਆਰ ਬਹੁਤ ਕਰਦੇ ਸੀ। ਪਰ ਉਹਦੇ ਜੀ ਡਾਂਟ ਵੀ ਸੀ, ਉਹ ਫਿਰ ਬੰਦੇ ਨੂੰ ਇਨਸਾਨ ਬਣਾਉਂਦੇ ਸੀ, ਨਸੀਹਤ ਜ਼ਿਆਦਾ ਦਿੰਦੇ ਸੀ। ਬਾਕੀ ਸਕੂਲਾਂ 'ਚ ਕੁੱਟਦੇ ਬਹੁਤ ਸੀ ਬੰਦੇ, ਤਾਂ ਸਾਨੂੰ ਤਾਂ ਬਹੁਤ ਕੁੱਟੇ ਨੇ ਕਈ। ਜਿਹੜਾ ਸਫ਼ਰ ਤੁਸੀਂ ਇੱਥੇ ਹੰਡਾਇਆ ਪਿੰਡ ਦੇ ਵਿੱਚ, ਜਿਸ ਤਰੀਕੇ ਦਾ ਸਮਾਂ ਤੁਸੀਂ ਹੰਡਾਇਆ, ਕਿਉਂਕਿ ਤੁਸੀਂ ਕਿਹਾ ਕਿ ਬਹੁਤ ਮਾੜਾ ਸਮਾਂ ਵੀ ਦੇਖਿਆ ਸੀ, ਬਹੁਤ ਮਾੜਾ ਦੇਖਿਆ, ਗਰੀਬੀ ਵਾਲਾ ਬਹੁਤ ਦੇਖਿਆ ਸੀ, ਚੰਗਾ ਹੀ ਬਹੁਤ ਦੇਖਿਆ ਤੇ ਮਾੜਾ ਗਰੀਬੀ ਵਾਲਾ ਸਮਾਂ ਵੀ ਵੇਖਿਆ। ਜੇਕਰ ਸਮੇਂ ਦੀ ਗੱਲ ਕਰੀਏ ਤੇ ਹੁਣ ਉਹ ਸਮਾਂ ਤੇ ਇਸ ਸਮੇਂ ਦੀ, ਅੱਜ ਇਸ ਸਮੇਂ ਦੀ ਗੱਲ ਕਰੀ ਜਿਹੜਾ ਬੈਂਕ ਉੱਥੇ ਕੈਨੇਡਾ ਦੇ ਵਿੱਚ ਤੁਸੀਂ ਹੰਡਾ ਰਹੇ ਹੋ ਸਮਾਂ, ਹੈ ਨਾ, ਉੱਥੇ ਬਤੀਤ ਕਰ ਰਹੇ ਹੋ, ਕਿੱਦਾਂ ਦਾ ਲੱਗਦਾ? ਕਿਉਂਕਿ ਇਸ ਟਾਈਮ ਤੇ ਇਸ ਸਿਚੁਏਸ਼ਨ ਤੇ ਹੋ ਕਿ ਦੂਜਿਆਂ ਦੇ ਲਈ ਵੀ ਮਦਦਗਾਰ ਸਾਬਤ ਹੋ ਰਹੇ ਹੋ, ਦੂਜਿਆਂ ਦੇ ਲਈ ਵੀ ਮਸੀਹੇ ਸਾਬਤ ਹੋ ਰਹੇ ਹੋ, ਉਹਨਾਂ ਦੀ ਸੇਵਾ ਕਰਨ ਦਾ ਤੁਹਾਨੂੰ ਮੌਕਾ ਮਿਲ ਰਿਹਾ। ਇੱਕ ਉਹ ਸਮਾਂ ਸੀ ਤੇ ਇੱਕ ਆ ਸਮਾਂ ਹੈ, ਆਪਣੇ ਆਪ 'ਚ ਕਿੰਨਾ ਕੁ ਬਦਲਾਅ ਦੇਖਿਆ? ਉਦੋਂ ਤਾਂ ਆਪੇ ਆਪਣੀ ਕੰਡੀਸ਼ਨ ਬਹੁਤ ਮਾੜੀ ਸੀ, ਐਵੇਂ ਸੱਚ ਬੋਲੀ ਜਾਈਏ ਵੀ ਬਹੁਤ ਉਦਾਂ ਜ਼ਮੀਨ ਸੀਗੀ ਪਰ ਇੰਨੀ ਇਨਕਮ ਨਾ ਸੀ। ਤੇ ਉਹਦੇ ਬਾਅਦ ਫਿਰ ਇੱਥੇ ਕੈਨੇਡਾ ਚਲੇ ਗਿਆ, ਕੈਨੇਡਾ ਜਾ ਕੇ ਠੀਕ ਹੌਲੀ ਹੁੰਦਾ। ਮਕੰਦਪੁਰ ਦਾ ਬੰਦਾ ਸੀ ਦਰਸ਼ਨ ਸਿੰਘ ਗਿੱਲ, ਉਹਨੇ ਮੇਰੀ ਦੁਕਾਨ ਦੇ ਉੱਤੇ ਆਇਆ ਤੇ ਮੈਂ ਕਿਹਾ ਭਾਜੀ ਮੈਨੂੰ ਵੀ ਸੱਦ ਲਾ ਉੱਥੇ, ਕਹਿੰਦਾ ਤੂੰ ਵੀ ਆ ਜਾ, ਮੈਂ ਤੇਰੀ ਮਹੀਨਾ 2 ਮਹੀਨੇ ਤੇਰੀ ਚੌਕਾ ਠੋ ਕਰੂੰਗਾ, ਵੀ ਆਪਣਾ ਤੈਨੂੰ ਕਰਨਾ ਪੈਣਾ, ਉਹ ਤਾਂ ਜ਼ਿਆਦਾ ਨਹੀਂ ਰੱਖ ਸਕਦਾ। ਮੈਂ ਜਦ ਮਹੀਨਾ 2 ਮਹੀਨੇ ਬਹੁਤ ਆ। ਉਹਦਾ ਭਰਾ ਸੀ, ਉਹਨੇ ਬਹੁਤ ਕੰਪੈਲ ਕੀਤਾ ਮੈਨੂੰ,
ਮੈਂ ਚਲੇ ਗਿਆ ਉੱਥੇ, ਉਹਨਾਂ ਨੇ 2 ਮਹੀਨੇ ਮੈਨੂੰ ਬੜੀ ਸੇਵਾ ਕੀਤੀ, ਆਪਣੇ ਭਰਾਵਾਂ ਨਾਲ ਰੱਖਿਆ। ਉਹਦੇ ਬਾਅਦ ਫਿਰ ਆਪਣਾ ਸ਼ੁਰੂ ਕੀਤਾ ਠੀਕ। ਫਿਰ ਵਾਪਸ ਨਹੀਂ ਪਰਤੇ? ਨਹੀਂ ਬਾਅਦ ਉੱਥੇ ਰਹੇ ਬੀਟਰ ਗਏ ਸੀ ਪੀਜਾ ਦਾ, ਉੱਥੇ ਸੈੱਟ ਹੋ ਗਏ। ਸੈਟਲ ਹੋਣ 'ਚ ਕਿੰਨਾ ਕੁ ਸਮਾਂ ਲੱਗਾ? ਕਿੱਦਾਂ? ਸੈਟਲ ਹੋਣ 'ਚ ਕਿੰਨਾ ਕੁ ਸਮਾਂ ਲੱਗਾ? ਮੈਨੂੰ ਤਾਂ ਬਹੁਤ ਘੱਟ ਲੱਗਾ, ਮੈਨੂੰ ਤਾਂ ਸਾਰੇ 4 ਮਹੀਨੇ। ਮਈ 'ਚ ਗਿਆ ਸੀ, ਅਗਸਤ 'ਚ ਮੇਰੀ ਲੈਂਡਿੰਗ ਵੀ ਸਟੈਂਪ ਲੱਗੇ ਸੀ। ਉਹ ਜਿਹੜਾ ਪ੍ਰਾਈਮਰੀ ਟੂਡਰ ਸੀ ਸਾਡਾ, ਉਹਨੇ ਉਹ ਕਾਨੂੰਨ ਪਾਸ ਕਰਤਾ ਸੀ, ਜਿਹਨਾਂ ਦੇ 33 ਇੰਡੀਪੈਂਡੈਂਟ ਨੰਬਰ ਬਣਦੇ ਨਾ, ਉਹ ਸਾਰੇ ਫ੍ਰੀ ਕਰਦੇ। ਅੱਛਾ। ਉਹਨਾਂ 'ਚ ਮੈਂ ਨਿਕਲ ਗਿਆ। ਮੇਰੇ ਨਾਲ ਦਾ ਜਿਹੜਾ ਮੇਰਾ ਦੋਸਤ ਸੀਗਾ, ਉਹਦੇ 4 ਭਰਾ ਸੀ ਉੱਥੇ ਰਹਿੰਦੇ, ਉਹ ਵਿਚਾਰਾ 3-4 ਸਾਲ ਲਟਕਦਾ ਰਿਹਾ। ਮੈਂ ਉਸੇ ਵੇਲੇ ਫ੍ਰੀ ਹੋ ਗਿਆ। ਤੇ ਫਿਰ ਅੱਜ ਤੁਸੀਂ ਇਸ ਤਰੀਕੇ ਦੇ ਨਾਲ ਆਪਣੀਆਂ ਬਚਪਨ ਦੀਆਂ ਯਾਦਾਂ ਤਰੋ ਤਾਜ਼ਾ ਕੀਤੀਆਂ, ਪਿੰਡ ਦੀ ਸੈਰ ਕੀਤੀ, ਸਾਨੂੰ ਆਪਣਾ ਪਿੰਡ ਘੁਮਾਇਆ, ਆਪਣੇ ਘਰ ਘੁਮਾਇਆ। ਤੁਹਾਨੂੰ ਸਾਂਝਾ ਟੀਵੀ ਦੇ ਨਾਲ ਆਪਣੇ ਪਿੰਡ ਦੀ ਸੈਰ ਕਰਕੇ ਮੁੜ ਤੋਂ ਬਚਪਨ ਦੀਆਂ ਯਾਦਾਂ ਤਾਜ਼ਾ ਕਰਕੇ ਕਿਵੇਂ ਦਾ ਲੱਗਾ? ਬਹੁਤ ਵਧੀਆ ਲੱਗਾ, ਵਧੀਆ ਲੱਗਾ। ਬਹੁਤ ਲੱਗਾ। ਧੰਨਵਾਦ ਸਰ, ਫਿਰ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਆਪਣੀਆਂ ਬਚਪਨ ਦੀਆਂ ਯਾਦਾਂ ਤੇ ਆਪਣੀ ਸਾਰਾ ਜ਼ਿੰਦਗੀ ਦਾ ਸਫ਼ਰ ਸਾਡੇ ਨਾਲ ਸਾਂਝਾ ਕੀਤਾ। ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਏ ਆ, ਸਾਡੇ ਪਿੰਡ ਆਏ ਆ। ਤੁਹਾਨੂੰ ਸਲਾਮ ਆ, ਤੁਹਾਨੂੰ ਸਤਿ ਸ੍ਰੀ ਅਕਾਲ ਆ, ਨਮਸਕਾਰ ਆ। ਤੁਹਾਡਾ ਸ਼ੁਕਰੀਆ ਜਿਹੜਾ ਤੁਸੀਂ ਆ ਕੇ ਮੈਨੂੰ ਮੇਰਾ ਮਾਣ ਵਧਾਇਆ। ਥੈਂਕ ਯੂ, ਤੁਹਾਡਾ ਬਹੁਤ ਬੜੀ ਮਿਹਰਬਾਨੀ। ਥੈਂਕ ਯੂ ਸਰ। ਵਿੱਚ ਪਰਦੇਸਾਂ ਚੇਤੇ ਕਰ ਕਰ ਹੰਝੂ ਨੈਣੀ ਰੜਕਦਾ, ਮੈਨੂੰ ਅੱਜ ਵੀ ਯਾਦ ਹੈ ਇੱਕ ਇੱਕ ਟੋਆ ਮੇਰੇ ਪਿੰਡ ਨੂੰ ਜਾਂਦੀ ਸੜਕ ਦਾ। ਬਿਲਕੁਲ, ਪਿੰਡ ਜਨਮ ਭੂਮੀ, ਉਹ ਥਾਂ ਜਿੱਥੇ ਤੁਹਾਡਾ ਜਨਮ ਹੋਇਆ ਹੋਵੇ, ਉਹ ਥਾਂ ਕਿਸੇ ਦੇ ਲਈ ਵੀ ਬਹੁਤ ਹੀ ਅਜੀਜ਼ ਹੁੰਦੀ ਹੈ। ਉਹ ਥਾਂ ਕਿਸੇ ਦੇ ਲਈ ਵੀ ਬਹੁਤ ਖਾਸ ਹੁੰਦੀ ਹੈ, ਕਿਉਂਕਿ ਉੱਥੇ ਤੁਹਾਡੀਆਂ ਉਹ ਯਾਦਾਂ ਹੁੰਦੀਆਂ ਹਨ ਜਿਸ ਵੇਲੇ ਤੁਸੀਂ ਜਨਮ ਲੈਂਦੇ ਹੋ, ਜਾਂ ਪਹਿਲੀ ਵਾਰ ਤੁਸੀਂ ਮਾਂ ਕਿਹਾ ਹੁੰਦਾ, ਪਹਿਲੀ ਵਾਰ ਤੁਸੀਂ ਬਾਪੂ ਕਿਹਾ ਹੁੰਦਾ, ਪਹਿਲੀ ਵਾਰ ਪਿਓ ਦੀ ਉਂਗਲ ਫੜ ਕੇ ਇਨ ਗਲੀਆਂ ਦੇ ਵਿੱਚ ਤੁਰ ਰਹੇ ਹੁੰਦੇ ਹੋ। ਸੋ ਉਹ ਥਾਂ ਬਹੁਤ ਖਾਸ ਹੁੰਦੀ ਹੈ। ਜਦ ਤੁਸੀਂ ਸਕੂਲ ਜਾਂਦੇ ਹੋ, ਪ੍ਰਾਇਮਰੀ ਸਕੂਲ ਦੀ ਸ਼ੁਰੂਆਤ ਕਰਦੇ ਹੋ, ਆਪਣੇ ਨਿੱਕੇ ਨਿੱਕੇ ਪੈਰਾਂ ਦੇ ਨਾਲ, ਆਪਣੇ ਹਾਣੀਆਂ ਦੇ ਨਾਲ ਤੁਰਦੇ ਹੋਏ ਜਾਂਦੇ ਹੋ। ਉਸ ਤੋਂ ਬਾਅਦ ਜਿਸ ਟਾਈਮ ਤੁਹਾਡੇ ਕਾਲਜ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਆਪਣੇ ਹਾਣੀਆਂ ਦੇ ਨਾਲ ਸ਼ਰਾਰਤਾਂ ਕਰਦੇ ਹੋ। ਜਿਸ ਟਾਈਮ ਸਮਾਜ ਦੇ ਵਿੱਚ ਵਿਚਰਦੇ ਹੋ, ਦੁਨੀਆ ਦੇ ਵਿੱਚ ਵਿਚਰਦੇ ਹੋ, ਤਾਂ ਕਿਸ ਤਰੀਕੇ ਦਾ ਵੇਰਵਾ ਹੁੰਦਾ ਹੈ। ਉਹ ਸਾਰੀਆਂ ਯਾਦਾਂ ਜਨਮ ਭੂਮੀ ਦੇ ਨਾਲ ਜੁੜੀਆਂ ਹੁੰਦੀਆਂ ਹਨ। ਉਹ ਸਾਰੇ ਪਲ ਬਹੁਤ ਹੀ ਖਾਸ, ਬਹੁਤ ਹੀ ਅਜੀਜ਼ ਹੁੰਦੇ ਹਨ। ਫਿਰ ਬੇਸ਼ੱਕ ਦੁਨੀਆ ਦੇ ਕਿਸੇ ਵੀ ਕੋਨੇ ਕਿਉਂ ਨਾ ਚਲੇ ਜਾਓ, ਉਹ ਜਿਹੜੇ ਪਲ ਨੇ ਨਾ, ਉਹ ਮੋਮੈਂਟਸ ਨੇ, ਉਹ ਇੱਥੇ ਵਸਦੇ ਨੇ, ਦਿਮਾਗ 'ਚ ਨਹੀਂ, ਇੱਥੇ ਵਸਣੇ, ਯਾਨੀ ਕਿ ਰੂਹ ਵਿੱਚ ਵਾਸ ਕਰਦੇ ਨੇ। ਜਦ ਰੂਹ ਵਿੱਚ ਜੋ ਚੀਜ਼ ਵਸਦੀ ਹੈ, ਉਹ ਬਿਲਕੁਲ ਹੀ ਜ਼ਿੰਦਗੀ ਦੀ ਬਹੁਤ ਖੂਬਸੂਰਤ ਔਰ ਬੇਹੱਦ ਕਰੀਬ ਚੀਜ਼ ਹੁੰਦੀ ਹੈ। ਸੋ ਆਜਾ ਮੇਰਾ ਪਿੰਡ ਵੇਖ ਲਿਆ ਦੇ ਤਹਿਤ ਅੱਜ ਅਸੀਂ ਆਏ ਸੀ ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੰਡੇਰ ਵਿੱਚ। ਸੋ ਪਿੰਡ ਦੇ ਵਿੱਚ ਬੇਸ਼ੱਕ ਲੋਕ ਜੋ ਨੇ ਉਹ ਬਾਹਰ ਜ਼ਰੂਰ ਚਲੇ ਗਏ ਨੇ, ਲੇਕਿਨ ਅੱਜ ਵੀ ਉਹਨਾਂ ਦੀ ਰੂਹ, ਉਹਨਾਂ ਦੀ ਖੁਸ਼ਬੂ, ਉਹਨਾਂ ਦੀਆਂ ਯਾਦਾਂ, ਉਹਨਾਂ ਦਾ ਦਿਲ ਅੱਜ ਵੀ ਆਪਣੀ ਮਿੱਟੀ ਦੇ ਵਿੱਚ ਵਸਦਾ, ਆਪਣੇ ਪਿੰਡ ਦੇ ਵਿੱਚ ਵਸਦਾ ਹੈ। ਸੋ ਆਜਾ ਮੇਰਾ ਪਿੰਡ ਵੇਖ ਲਿਆ ਦੇ ਤਹਿਤ ਅੱਜ ਅਸੀਂ ਆਏ ਸੀ ਨਵਾਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੰਡੇਰ ਵਿਖੇ। ਅਗਲੇ ਹਫਤੇ ਫਿਰ ਤੁਹਾਨੂੰ ਕਰਾਵਾਂਗੇ ਰੂਬਰੂ ਪੰਜਾਬ ਦੇ ਇੱਕ ਹੋਰ ਨਵੇਂ ਜਿਹੇ ਸੋਹਣੇ ਜਿਹੇ ਪਿੰਡ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ, ਬਣੇ ਰਹੋ ਸਾਂਝਾ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ।